ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ। ਮਾਡਲ ਟਾਊਨ ਪੁੱਚੋ ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਸਰੋਤਿਓ। ਸੋ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਪਿਛਲੇ 6 ਮਹੀਨੇ ਤੋਂ ਲਗਾਤਾਰ ਜਾਰੀ ਹੈ ਕਿਸਾਨ ਅੰਦੋਲਨ। ਕਿਸਾਨ ਅੰਦੋਲਨ ਜਿਹੜਾ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਟਿਕਿਆ ਹੋਇਆ ਹੈ ਤੇ ਲਗਾਤਾਰ ਆਪਣੇ ਜੋਸ਼ੋ ਖਰੋਸ਼ ਦੇ ਨਾਲ ਬਰਕਰਾਰ ਹੈ। ਉਸੇ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵੀ ਲਗਾਤਾਰ ਜਿਹੜੀ ਹੈ ਆਪਣੀ ਗੱਲ ਦੇ ਉੱਤੇ ਅਜੇ ਤੱਕ ਅੜੀ ਹੋਈ ਹੈ ਅਤੇ ਉਹਨਾਂ ਵੱਲੋਂ ਜਿਹੜਾ ਹੈ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦੀ ਮੰਗ ਇਹੋ ਹੈ ਕਿ
ਜੋ ਕਿਸਾਨੀ ਬਿੱਲ ਲਿਆਂਦੇ ਗਏ ਹਨ, ਖੇਤੀਬਾੜੀ ਦੇ ਬਾਰੇ ਜੋ ਬਿੱਲ ਲਿਆਂਦੇ ਗਏ ਹਨ ਕੇਂਦਰ ਦੀ ਸਰਕਾਰ ਵੱਲੋਂ, ਉਹਨਾਂ ਬਿੱਲਾਂ ਨੂੰ ਰੱਦ ਕੀਤਾ ਜਾਵੇ। ਇਸ ਦੌਰਾਨ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਸਿਰਫ ਸੋਧਾਂ ਕਰਵਾ ਲਓ ਸਾਡੇ ਤੋਂ ਜਿੰਨੀਆਂ ਮਰਜ਼ੀ। ਜਿਵੇਂ ਕਿ ਪਿਛਲੇ ਦਿਨੀ ਉਹਨਾਂ ਦਾ ਇੱਕ ਆਗੂ ਦਾ ਬਿਆਨ ਵੀ ਆਇਆ ਸੀ ਕਿ ਡੱਬਾ ਜਿਹੜਾ ਹੈ ਉਹ ਡੱਬੇ 'ਚੋਂ ਲੱਡੂ ਕੱਢ ਲਓ, ਪਰ ਡੱਬਾ ਸਾਡੇ ਕੋਲ ਰਹਿਣ ਦਿਓ। ਸੋ ਇਸ ਪ੍ਰਕਾਰ ਦੀਆਂ ਉਹਨਾਂ ਵੱਲੋਂ ਗੱਲਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਹਨ। ਇਸੇ ਦੌਰਾਨ ਅੱਜ 26 ਮਈ ਜਦੋਂ ਕਿ 6 ਮਹੀਨੇ ਪੂਰੇ ਹੋ ਗਏ ਸਨ ਕਿਸਾਨ ਅੰਦੋਲਨ ਨੂੰ, ਇਸ ਦੌਰਾਨ ਕਿਸਾਨਾਂ ਦਾ ਜਿਹੜਾ ਰੋਹ ਹੈ ਹੋਰ ਵੀ ਭਖਦਾ ਜਾ ਰਿਹਾ ਹੈ। ਜੋ ਨਾ ਤਾਂ ਉਹਨਾਂ ਦਾ ਜੋਸ਼ ਠੰਡਾ ਪੈ ਰਿਹਾ ਹੈ ਅਤੇ ਨਾ ਹੀ ਉਹਨਾਂ ਦਾ ਜਿਹੜਾ ਕੇਂਦਰ ਦੀ ਸਰਕਾਰ ਪ੍ਰਤੀ ਗੁੱਸਾ ਹੈ ਉਹ ਉਸ ਦੇ ਵਿੱਚ ਕੋਈ ਨਰਮਾਈ ਆ ਰਹੀ ਹੈ। ਇਸੇ ਲਈ ਉਹਨਾਂ ਵੱਲੋਂ ਅੱਜ ਰੋਸ ਦਿਵਸ ਮਨਾਉਣ ਦੇ ਲਈ ਇੱਕ ਕਾਲ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਕਿ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਬਠਿੰਡਾ ਹੀ ਨਹੀਂ ਬਲਕਿ ਪੂਰਾ ਮਾਲਵਾ ਅਤੇ ਪੰਜਾਬ ਅਤੇ ਦਿੱਲੀ ਤੱਕ ਵੀ ਇਸ ਜਿਹੜਾ ਹੈ ਰੋਸ ਪ੍ਰਦਰਸ਼ਨ ਹੈ ਉਸਦੀਆਂ ਅਸਰ ਸਾਨੂੰ ਦੇਖਣ ਨੂੰ ਮਿਲਿਆ। ਇਸੇ ਦੌਰਾਨ ਅਸੀਂ ਗੱਲਬਾਤ ਕਰਾਂਗੇ ਹੁਣ ਕਿਸਾਨ ਆਗੂ ਦੇ ਨਾਲ, ਅਤੇ ਤਾਂ ਜੋ ਉਸ ਵੀ ਸਾਨੂੰ ਆਪਣੇ ਅੱਜ ਦੇ ਦਿਨ ਦਾ ਜੋ ਵੀ ਉਹਨਾਂ ਦਾ ਹਾਲ ਰਿਹਾ ਹੈ ਅਤੇ ਜੋ ਵੀ ਪਲੈਨਿੰਗ ਸੀਗੀ, ਕਾਲ ਦਿੱਤੀ ਗਈ ਸੀ, ਕਿਹੜੀ ਯੋਜਨਾ ਰਹੀ ਹੈ ਅਤੇ ਇਸ ਦੇ ਇਲਾਵਾ ਹੋਰ ਕੀ ਕੁਝ ਨਵਾਂ ਹੋਇਆ, ਇਸ ਸਾਰੇ ਰਹੇ ਅਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਫੋਨ ਲਾਈਨ ਰਾਹੀਂ ਜੁੜਨਗੇ ਸਰਦਾਰ ਸ਼ਿੰਗਾਰਾ ਸਿੰਘ ਜੀ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਦੇ ਸੂਬਾ ਸਕੱਤਰ ਹਨ। ਸੋ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਜੀ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦਾ ਹਾਂ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਜੀ ਸ਼ਿੰਗਾਰਾ ਜੀ। ਹਾਂਜੀ ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜੀ ਜੀ, ਰੇਡੀਓ ਪੰਜਾਬ ਤੋਂ ਅਸੀਂ ਜੀ ਰੇਡੀਓ ਪੰਜਾਬ ਹਾਂਜੀ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਜੀ ਜੀ, ਤੁਸੀਂ ਜਿਹੜੀ ਸਾਡੀ ਕੁੱਲ ਆਜ਼ਾਦੀ ਦੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾ ਰਹੇ ਹੋ, ਬਹੁਤ ਬਹੁਤ ਮਿਹਰਬਾਨੀ ਜੀ। ਬਿਲਕੁਲ ਜੀ, ਕਿਉਂਕਿ ਹੱਕ ਸੱਚ ਦੀ ਜਿਹੜੀ ਹੈ ਆਵਾਜ਼ ਬੁਲੰਦ ਕਰਨੀ ਇਹੋ ਰੇਡੀਓ ਪੰਜਾਬ ਟੂਡੇ ਦਾ ਜਿਹੜਾ ਹੈ ਮੋਟਿਵ ਹੈ, ਇਹੀ ਮੰਤਵ ਹੈ ਸਾਡਾ, ਅਤੇ ਉਸੇ ਉਦੇਸ਼ ਦੇ ਨਾਲ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਅਤੇ ਬਹੁਤ ਚੰਗਾ ਵੀ ਲੱਗਦਾ ਹੈ ਜਦੋਂ ਸਾਨੂੰ ਜਿਹੜਾ ਹੈ ਬਹੁਤ ਜਥੇਬੰਦੀਆਂ ਵੱਲੋਂ ਵੀ ਜਿਹੜਾ ਪਿਆਰ ਵੀ ਮਿਲਦਾ ਹੈ ਅਤੇ ਉਹਨਾਂ ਨੂੰ ਕਵਰ ਕਰਨ ਦਾ ਵੀ ਇੱਕ ਵੱਖਰਾ ਹੀ ਇੱਕ ਆਨੰਦ ਵੀ ਆਉਂਦਾ ਹੈ ਕਿ ਅਸੀਂ ਆਪਣਾ ਕੰਮ ਨਿਭਾ ਰਹੇ ਹਾਂ, ਕਿਉਂਕਿ ਤੁਹਾਡੇ ਵਰਗੇ ਜਿਹੜੇ ਯੋਧੇ ਆ ਉਹ ਵੀ ਮੈਦਾਨ ਦੇ ਵਿੱਚ ਡਟੇ ਹੋਏ ਹਨ। ਸੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਭ ਤੋਂ ਵੱਡੀ ਜਥੇਬੰਦੀ ਹੈ ਅਤੇ ਅੱਜ ਦਿੱਤੀ ਗਈ ਸੀ ਕਾਲ ਇੱਕ ਰੋਸ ਦਿਵਸ ਮਨਾਉਣ ਦੀ, ਜਿਸ ਦੇ ਵਿੱਚ ਕਹਿ ਲਓ ਕਿ ਕਾਲੇ ਝੰਡੇ ਲਾਉਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਨ, ਜਿਵੇਂ ਕਿ ਪੁਤਲੇ ਫੂਕਣ ਦਾ ਵੀ ਪ੍ਰਦਰਸ਼ਨ ਸਾਨੂੰ ਦੇਖਣ ਨੂੰ ਮਿਲੇ ਅਤੇ ਇਸ ਦੇ ਨਾਲ ਹੀ ਧਰਨਾ ਥਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਹੋਏ ਅਤੇ ਨਾਅਰੇਬਾਜ਼ੀ ਵੀ ਚੱਲਦੀ ਰਹੀ। ਸੋ ਸਭ ਤੋਂ ਪਹਿਲਾਂ ਤਾਂ ਜੀ ਅੱਜ ਦਾ ਮੈਂ ਜੋ ਵੀ ਹਾਲ ਹੈ ਉਹ ਸੂਰਤੇ ਹਾਲ ਸਾਰੀ ਬਿਆਨ ਕਰ ਦਿਓ ਜੀ। ਪੂਰੇ ਪੰਜਾਬ ਭਰ ਦੇ ਵਿੱਚ ਅੱਜ ਕੀ ਕੁਝ ਦੇਖਣ ਨੂੰ ਮਿਲਿਆ ਕਿਸਾਨ ਜਥੇਬੰਦੀਆਂ ਵੱਲੋਂ? ਜੀ ਸ਼ਿੰਗਾਰਾ ਜੀ। ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਜੋ ਸੱਦਾ ਸਾਂਝੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿੱਤਾ ਗਿਆ ਸੀ ਕਾਲਾ ਦਿਨ ਮਨਾਉਣ ਦਾ ਜੀ, ਕਿਉਂਕਿ ਅੱਜ 26 ਮਈ ਹੋਊਗੀ। 26 ਮਈ ਨਾਲ ਬਹੁਤ ਮਹੱਤਵਪੂਰਨ ਦੋ ਗੱਲਾਂ ਜੁੜੀਆਂ ਹੋਈਆਂ। ਅੱਛਾ ਜੀ। ਇੱਕ ਪਾਸੇ ਪੂਰਾ ਇੱਧਰ ਜਿਹੜਾ ਹੈਗਾ ਦਿੱਲੀ ਦਾ ਅੰਦੋਲਨ ਹੈ, ਇਹਨੇ ਪੂਰੇ ਆਪਦੇ ਜਿਹੜੇ ਹੈਗੇ ਆ ਕਰ ਲਏ ਜੀ। ਦੂਜੇ ਪਾਸੇ ਮੋਦੀ ਹਕੂਮਤ ਜਿਹਦੇ ਖਿਲਾਫ ਇਹ ਅੰਦੋਲਨ ਚੱਲ ਰਿਹਾ ਉਹਨੇ ਪੂਰੇ 7 ਸਾਲ ਕਰ ਲਏ। ਜੀ ਜੀ, ਕਾਫੀ ਡਿਸਟਰਬੈਂਸ ਆ ਰਹੀ ਹੈ, ਕਿ ਆਪਾਂ ਡਿਸਟਰਬੈਂਸ ਤੋਂ ਥੋੜਾ ਬਚ ਸਕਦੇ ਹਾਂ? ਮੈਂ ਗੁਜ਼ਾਰਿਸ਼ ਕਰਨੀ ਚਾਹੂੰਗਾ ਕਿ ਜੇ ਸੰਭਵ ਹੋਵੇ ਤਾਂ ਥੋੜਾ ਸ਼ਾਂਤੀ ਜੀ। ਕਿਹੋ ਜਾ ਰਿਹਾ ਹੈ ਇਹਦੇ ਵਿੱਚ ਦਿੱਕਤ ਕਿਹੋ ਜਿਹੀ ਆ ਰਹੀ ਹੈ? ਜੀ ਹਾਂ ਜੀ, ਹੁਣ ਠੀਕ ਹੈ ਜੀ, ਹੁਣ ਕੰਟੀਨਿਊ ਕਰੋ ਜੀ। ਹਾਂ ਠੀਕ ਹੈ ਜੀ ਜੀ ਜੀ, ਹਾਂ ਠੀਕ ਹੈ ਠੀਕ ਹੈ। ਹਾਂ ਬਸ ਹਵਾ ਦਾ ਹੀ ਹੋ ਗਿਆ ਮਾੜਾ ਮੋਟਾ, ਹੋਣੀ ਕੋਈ। ਮੈਂ ਤਾਂ ਫਿਰ ਵੇਖਣ ਥਾਂ ਜਾ ਕੇ ਬੈਠਾ। ਬਿਲਕੁਲ ਜੀ ਜੀ, ਹਾਂ ਠੀਕ ਹੈ। ਹਾਂ ਮੈਂ ਦੱਸ ਰਿਹਾ ਸੀ ਵੀ ਇਹ ਦੋ ਗੱਲਾਂ ਜਿਹਦੇ ਇੱਕ ਪਾਸੇ ਮੋਦੀ ਹਕੂਮਤ ਦੇ ਪੂਰੇ 7 ਸਾਲ ਹੋ ਗਏ, ਇੱਕ ਪਾਸੇ ਲੋਕਾਂ ਨੇ 7 ਸਾਲ ਦਾ ਲੇਖਾ ਜੋਖਾ ਕੀਤਾ, ਜਿਹਦੇ ਵਿੱਚ ਜਿੰਨੇ ਵੀ ਕਾਲੇ ਕਾਰਨਾਮੇ ਉਹਦੇ ਚ ਅੱਜ ਗਿਣੇ ਗਏ ਆ ਕਿਸਾਨਾਂ ਵੱਲੋਂ, ਹੋਰਾਂ ਵਰਗਾਂ ਵੱਲੋਂ ਵੀ। ਦੂਜੇ ਪਾਸੇ ਕਿਸਾਨ ਅੰਦੋਲਨ ਦੇ 6 ਮਹੀਨਿਆਂ ਦੀਆਂ ਪ੍ਰਾਪਤੀਆਂ, 6 ਮਹੀਨਿਆਂ ਦਾ ਜਿਹੜਾ ਕਿਸਾਨ ਅੰਦੋਲਨ ਨੇ ਆਪਦਾ ਜਿੰਨੀਆਂ ਜਰਬਾਂ ਮਿਲੀਆਂ ਇਹਨੂੰ, ਤੇ ਜਿੰਨੇ ਇਕੱਲੇ ਜਿਵੇਂ ਤੁਸੀਂ ਪੰਜਾਬ ਦੀ ਗੱਲ ਕਰੀਏ, ਹੁਣ ਪੰਜਾਬ ਦੀ ਗੱਲ ਨਹੀਂ, ਪੂਰੇ ਮੁਲਕ ਚ ਘੋਲ ਫੈਲ ਚੁੱਕਿਆ। ਇਸ ਘੋਲ ਦੀਆਂ ਜੜ੍ਹਾਂ ਪੂਰੇ ਮੁਲਕ ਚ ਲੱਗ ਚੁੱਕੀਆਂ। ਬਿਲਕੁਲ, ਇਦੋਂ ਗਾਹਾਂ ਵੀ ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆ ਦੀਆਂ ਇਹਦੇ ਤੇ ਨਜ਼ਰਾਂ ਲੱਗੀਆਂ ਹੋਈਆਂ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿੰਨੇ ਵੀ ਇਸ ਲੋਕ ਪੱਖੀ ਲੋਕ ਜਾਂ ਸੰਸਥਾਵਾਂ, ਚਾਹੇ ਕੋਈ ਕਲਮਕਾਰ ਹੈ, ਉਹਨਾਂ ਵੱਲੋਂ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਤੇ ਸਭ ਦੀਆਂ ਨਜ਼ਰਾਂ ਇਸ ਘੋਲ ਤੇ ਲੱਗੀਆਂ ਹੋਈਆਂ ਤੇ ਸਭ ਦੁਆ ਕਰਦੇ ਆ ਵੀ ਇਹ ਘੋਲ ਕਾਮਯਾਬ ਹੋਵੇ ਤੇ ਘੋਲ ਜਿੱਤੇ, ਲੱਕੀ ਦੇ ਹਾਕਮਾਂ ਦੀ ਹਾਰ ਹੋਵੇ। ਇਹ ਹੈਗਾ ਗੱਲ। ਹਾਂ, ਇਸ ਕਰਕੇ ਇੱਕ ਤਾਂ ਤੁਹਾਡੀ ਇਹ ਇਕੱਲੇ ਪੰਜਾਬ ਤੱਕ ਸੀਮਤ ਨਹੀਂ, ਇਹ ਬਹੁਤ ਵੱਡੀ ਚੰਗੀ ਖਬਰ ਹੈ ਜੀ। ਤੇ
ਇਹ ਨਾਲ ਅਸੀਂ ਵੀ ਚਾਹੁੰਦੇ ਵੀ ਤੁਹਾਡੇ ਵਰਗੇ ਜਿਹੜੇ ਇਹੋ ਜਿਹੇ ਚੈਨਲ ਹੈ, ਰੇਡੀਓ ਹੈ, ਕੋਈ ਪੱਤਰਕਾਰ ਵੀਰ ਹੈ ਲਿਖਦੇ ਆ, ਉਹਨਾਂ ਦੀ ਬਦੌਲਤ ਹੈ। ਕਿਉਂਕਿ ਜਿਹੜੇ ਕੁਛ ਉਹੋ ਜਿਹੇ ਹਿੱਸੇ ਆ ਉਹ ਸਾਡਾ ਨਹੀਂ ਚਾਹੁੰਦੇ ਸੀ ਪ੍ਰਚਾਰ ਇੱਕ ਟੁੱਟ ਜਾਵੇ। ਬਿਲਕੁਲ ਜੀ, ਇਹ ਤੁਹਾਨੂੰ ਇਹਦੇ ਬਰਾਬਰ ਹੀ ਤੁਹਾਡੇ ਵਰਗੇ ਲੋਕਾਂ ਨੂੰ ਵੀ ਇਹ ਸਿਹਰਾ ਨਾਲ ਜਾਂਦਾ ਹੈ। ਬਹੁਤ ਵੱਡਾ ਯੋਗਦਾਨ ਹੈ ਇਹ ਤੁਹਾਡਾ ਜੀ, ਧੰਨਵਾਦ ਜੀ। ਅਗਲੀ ਗੱਲ ਜਿਹੜੀ ਹੈਗੀ ਅੱਜ ਦੇ ਕਾਲ ਦੀ ਕਾਲਾ ਦਿਵਸ ਮਨਾਉਣ ਦੀ ਵੀ ਇਹ ਇੱਕ ਤਾਂ ਇੱਕ ਵਰਗ ਤੇ ਨਹੀਂ ਰਿਹਾ। ਅਸੀਂ ਸਮਝਦੇ ਹਾਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਵੀ ਤੇ ਪੂਰੇ ਮੁਲਕ ਦੇ ਵਿੱਚੋਂ ਕੋਈ ਵੀ ਸੰਸਥਾ, ਕੋਈ ਵੀ ਜਥੇਬੰਦੀ ਇਕੱਲੀ ਭਾਜਪਾ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਛੱਡ ਕੇ, ਅੱਛਾ ਜੀ, ਇੱਥੋਂ ਤੇ ਭਾਜਪਾ ਦੇ ਨੇੜਲੇ ਸੀ, ਤੁਸੀਂ ਦੇਖਿਆ ਕਾਲੀ ਨੇੜਲੇ ਸੀ ਪੰਜਾਬ ਦੇ ਵਿੱਚ। ਜਿਹੜੀ ਕਾਲੀਆਂ ਦੇ ਵੀ ਅਸੀਂ ਦੇਖਿਆ ਵੀ ਸੁਖਬੀਰ ਬਾਦਲ ਨੇ ਵੀ ਆਪਦਾ ਝੰਡਾ ਚੜਾਤਾ ਕਾਲਾ। ਦੂਜੇ ਪਾਸੇ ਇਹਨਾਂ ਤੋਂ ਮੁੱਖ ਹੋਇਆ ਢੀਂਡਸੇ ਨੇ ਝੰਡਾ ਚੜਾਤਾ ਜੀ। ਕਾਂਗਰਸ ਦੇ ਜਿਹੜਾ ਹੈਗਾ ਨਵਜੋਤ ਸਿੱਧੂ ਨੇ ਆਪਦੀ ਘਰ ਵਾਲੀ ਲੈ ਕੇ ਝੰਡਾ ਕਾਲਾ ਚੜਾਇਆ। ਬਿਲਕੁਲ ਜੀ, ਬੇਟੀ ਨੇ ਇੱਕ ਮਾਹੌਲ ਵੀ ਜਿਹੜੇ ਲੋਕ ਇੱਧਰ ਹੈ ਹੀ ਨਹੀਂ, ਇੱਧਰਲੇ ਖੇਮੇ 'ਚ ਨਹੀਂ ਆਉਂਦੇ, ਉਹਨਾਂ ਲਟੇਰੀਆਂ ਜਮਾਤਾਂ ਦਾ ਹੀ ਅੰਗਨ, ਉਹਨਾਂ ਨੂੰ ਵੀ ਇਸ ਘੋਲ ਨੇ ਜਾਣੀ ਆਪਦੇ ਵਿੱਚ ਖਿੱਚ ਲਿਆ ਜੀ। ਜਿੱਥੋਂ ਤੱਕ ਹੈਗਾ ਇਹ ਮਤਲਬ ਸਾਰੇ ਲੋਕਾਂ ਦੇ ਹੰਗਾਰੇ ਦਾ ਸਵਾਲ ਵੀ ਕੋਈ ਪਿੰਡ ਨਹੀਂ ਬਚਿਆ ਹੋਣਾ ਜਿਹਦੇ ਵਿੱਚ ਖਾਸ ਕਰਕੇ ਇਹਨਾਂ 3 ਸੂਬਿਆਂ 'ਚ ਯੂਪੀ, ਹਰਿਆਣਾ ਤੇ ਪੰਜਾਬ ਜੀ। ਹੈਲੋ ਜੀ ਜੀ ਜੀ, ਹਾਂਜੀ ਹਾਂਜੀ, ਮੈਂ ਕਿਹਾ ਹਾਂ ਤੇ ਸਾਰੇ ਪਿੰਡਾਂ ਦੇ ਵਿੱਚੋਂ ਜਿੱਥੇ ਕਾਲਾ ਦਿਨ ਮਨਾ ਕੇ ਇਸ ਮੋਦੀ ਹੁਕੂਮਤ ਦੀਆਂ ਉੱਤੇ ਕਾਰਪੋਰੇਟ ਘਰਾਟੀਆਂ ਅਰਥੀਆਂ ਫੂਕੀਆਂ, ਜਿੰਨੇ ਥਾਵਾਂ ਤੇ ਘੋਲ ਚੱਲਦੇ ਸੀ ਉਨੇ ਥਾਵਾਂ ਤੇ ਫੂਕੀਆਂ। ਕੁੱਲ ਪਿੰਡ ਦੇ ਵਿੱਚ ਅਰਥੀਆਂ ਸੜੀਆਂ। ਪੰਜਾਬ ਦੇ ਵਿੱਚ 100 ਦੇ ਲਗਭਗ ਮੋਰਚੇ ਚੱਲਦੇ ਆ, ਉੱਥੇ ਅਰਥੀਆਂ ਸੜੀਆਂ ਹੋਈਆਂ। ਇਹਦੇ ਤੋਂ ਵੱਖਰਾ ਸਾਡੀ ਜਥੇਬੰਦੀ BKB ਗਰਾਹਾਂ ਵੱਲੋਂ ਅਸੀਂ ਇੱਥੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਵੀ ਇੱਕ ਮੋਟਰਸਾਈਕਲ ਮਾਰਚ ਕਾਲੀਆਂ ਨਾਲ ਯਾਨੀ ਕੱਢਿਆ ਜੀ, ਜਿਹਦੇ ਵਿੱਚ ਵੱਡਾ ਝੱਜਰ ਨੇੜੇ ਜਿਹੜਾ ਜ਼ਿਲ੍ਹਾ ਹੈਗਾ ਇੱਥੇ ਆਪਣਾ ਟਿੱਕਰੀ ਬਾਰਡਰ ਦੇ ਹੱਦੀ ਪੈਂਦੀ ਹੈ ਉਹਨਾਂ ਦੀ, ਝੱਜਰ ਸ਼ਹਿਰ ਵਾਸੀਆਂ ਨੇ ਜਾਨੀ ਜਿੱਦਾਂ ਵੱਡਾ ਹੰਗਾਰਾ ਮਿਲਿਆ ਇਹ ਕਮਾਲ ਦਾ ਸੀਗਾ। ਐਂ ਜਾਨੀ ਇਹ ਤਾਂ ਬਹੁਤ ਵੱਡਾ ਹੰਗਾਰਾ ਇਸ ਅੱਜ ਦੀ ਇਸ ਕਾਲ ਤੇ ਮਿਲਿਆ ਤੇ ਹਰ ਵਰਗ ਨੇ ਇਹਦੇ ਵਿੱਚ ਆਪਦੀ ਸ਼ਮੂਲੀਅਤ ਕਰੀ ਹੈ ਤੇ ਹਰ ਵਰਗ ਨੇ ਇਹ ਕਿਹਾ ਵੀ ਇਹ ਘੋਲ ਕੱਲਾ ਕਿਸਾਨਾਂ ਦਾ ਨਹੀਂ ਜਾਂ ਹੋਰ ਕਿਸੇ ਵਰਗ ਦਾ ਨਹੀਂ, ਸਭ ਦਾ ਵਰਗ ਹੈ। ਜਿਹੜਾ ਬੰਦਾ ਵੀ ਰੋਟੀ ਖਾਂਦਾ ਹੈ ਇਹ ਉਹਦਾ ਘੋਲ ਹੈ, ਕਿਉਂਕਿ ਰੋਟੀ ਦਾ ਘੋਲ ਬਣ ਗਿਆ, ਹੁਣ ਦਾ ਘੋਲ ਬਣ ਗਿਆ। ਇਸ ਕਰਕੇ ਬਹੁਤ ਵੱਡਾ ਜਾਨੀ ਇਹਦਾ ਜੇ ਤੁਸੀਂ ਕਹੋ ਤਾਂ ਸਾਡੀ ਆਸ ਤੋਂ ਵੱਧ ਅੱਜ ਦੇ ਦਿਨ ਨੂੰ ਹੰਗਾਰਾ ਮਿਲਿਆ ਤੇ ਮੋਦੀ ਹੁਕੂਮਤ ਦੇ ਬਹੁਤ ਜੇ ਐਂ ਕਹਿਣਾ ਹੋਵੇ ਉਹ ਸਾਰੀ ਗੱਲ ਨੂੰ ਜਿਹੜੇ ਕਹਿੰਦੇ ਸੀ ਇਹ ਖੇਤੀ ਕਾਨੂੰਨ ਹੈ ਜਿਹੜੇ ਬਹੁਤ ਚੰਗੇ ਹੈ, ਵਧੀਆ ਹੈ, ਉਹਦਾ ਕਰਾਰਾ ਜਵਾਬ ਦਿੱਤਾ ਲੋਕਾਂ ਨੇ ਜੀ ਜੀ। ਜੋ ਸੋ ਇਸ ਦੇ ਵਿੱਚ ਕਿਸਾਨ ਜਥੇਬੰਦੀਆਂ ਤਾਂ ਸ਼ਾਮਲ ਹੋਈਆਂ ਕਿ ਕਿਤੇ ਕਿਸੇ ਹੋਰ ਸੰਗਠਨਾਂ ਵੱਲੋਂ ਵੀ ਕੋਈ ਸਾਥ ਦਿੱਤਾ ਗਿਆ ਕੋਈ ਤੁਹਾਡੇ ਧਿਆਨ ਚ ਹੋਵੇ? ਦੇਖੋ ਕਿਸਾਨ ਜਥੇਬੰਦੀਆਂ ਤਾਂ ਟੋਟਲ ਸਾਰੀਆਂ ਨੇ ਸਾਰੇ ਮੁਲਕ ਦੀਆਂ ਜੀ। ਇਹ ਤੋਂ ਬਿਨਾਂ ਵੱਡੀਆਂ ਟ੍ਰੇਡ ਯੂਨੀਅਨ ਮੁਲਕ ਪੱਧਰ ਦੀਆਂ 10 ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਇਕੱਠਾ ਵਧੀਆ ਸੰਯੁਕਤ ਤੌਰ ਤੇ ਉਹ ਮਜ਼ਦੂਰਾਂ ਦੇ ਹੱਕਾਂ ਲਈ ਲੜ ਰਹੀਆਂ, ਉਹਨਾਂ ਦੀ ਪੂਰੀ ਹਮਾਇਤ ਡਟ ਕੇ ਉਹਨਾਂ ਨੇ ਮੰਗਾਂ ਪਾਈਆਂ ਇਹਦੇ ਖੇਤੀ ਕਾਨੂੰਨ ਨਾਲ ਜੀ ਰੱਦ ਹੋਣ ਤੇ ਨਾਲ ਜਿਹੜੇ ਉਹ ਲੇਬਰ ਕੋਡ ਹੈ ਉਹਨਾਂ ਸੋਧਾਂ ਕੀਤੀਆਂ ਉਹ ਰੱਦ ਹੋਣ। ਇਵੇਂ ਜਿਵੇਂ ਬਿਜਲੀ ਕੰਮ ਨੇ ਇੱਥੋਂ ਤੱਕ ਕਿ ਇੱਧਰ ਪੰਜਾਬ ਦੇ ਵਿੱਚੋਂ ਕਈ ਸ਼ਹਿਰਾਂ ਦੇ ਵਿੱਚੋਂ ਜਿਵੇਂ ਬਠਿੰਡੇ ਦਾ ਮੈਂ ਠੋਸ ਕਰ ਦਿੰਦਾ ਕਿਉਂਕਿ ਉਹ ਸਾਡਾ ਲਿੰਕ ਰਹਿੰਦਾ ਉਧਰ ਬਠਿੰਡੇ ਦਾ ਹੋਣ ਕਰਕੇ ਉੱਥੋਂ ਦੀ ਜਿਹੜੀ ਵਕੀਲਾਂ ਦੀ ਐਸੋਸੀਏਸ਼ਨ ਨੇ ਮਤਾ ਪਾਇਆ ਤੇ ਬਕਾਇਦਾ ਸਾਥੋਂ ਝੰਡੇ ਲਏ ਸਾਰੇ ਇਹਦੇ ਘੋਲ ਮੈਦਾਨ ਦੇ ਵਿੱਚ ਆਏ ਜੀ। ਸ਼ਹਿਰ ਦੇ ਵਿੱਚ ਹੋਰ ਵਰਗਾਂ ਦਾ ਮੁਲਾਜ਼ਮ ਹਿੱਸੇ ਆ, ਦੁਕਾਨਦਾਰ ਆ, ਵਪਾਰੀ ਹੈ, ਛੋਟੇ ਕਾਰੋਬਾਰੀ ਆ, ਉਹਨਾਂ ਨੇ ਇਸ ਘੋਲ ਦੀ ਸਮਰਥਨ ਕਮੇਟੀ ਬਣਾਈ ਹੋਈ। ਉਹ ਕਮੇਟੀ ਵੱਲੋਂ ਬਹੁਤ ਵੱਡੀ ਪੱਧਰ ਤੇ ਜਾਨੀ ਐ ਨਜ਼ਾਰਾ ਹੋਇਆ ਜੀ। ਇਸੇ ਤਰ੍ਹਾਂ ਹੀ ਮਤਲਬ ਜਿਹੜੇ ਬੱਸਾਂ ਦੇ ਮਿੰਨੀ ਆਪਰੇਟਰ ਹੈ ਜੀ, ਉਹਨਾਂ ਨੇ ਸਾਥੋਂ ਝੰਡੇ ਲਏ ਆ ਨਾਲੇ ਪੈਸੇ ਦੇ ਕੇ ਵੀਰ ਖਾਤਾ ਸਾਥੋਂ ਲਓ ਤੇ ਉਹ ਅਸੀਂ ਕੁੱਲ ਟੋਟਲ ਜਿਹੜੀਆਂ ਪੰਜਾਬ ਦੀਆਂ ਮਤਲਬ ਮਿੰਨੀ ਬੱਸਾਂ ਸੀ ਸਾਰੀਆਂ ਤੇ ਅੱਜ ਕਾਲੇ ਝੰਡੇ ਲਾਵਾਂਗੇ, ਸਾਡੇ ਕਾਲੇ ਝੰਡੇ ਲੱਗਣਗੇ। ਆਏ ਇੱਕ ਨਹੀਂ ਜਾਨੀ ਬਹੁਤ ਵੱਡੀਆਂ ਆਰਗੇਨਾਈਜੇਸ਼ਨਾਂ, ਜਮਹੂਰੀ ਅਧਿਕਾਰ ਸਭਾ ਹੋਊਗੀ ਜਿਵੇਂ ਵੱਡੀ ਹੈ ਜਿਹੜੀ ਮਨੁੱਖੀ ਹੱਕਾਂ ਦੀ ਲੜਦੀ ਹੈ, ਉਹਨਾਂ ਨੇ ਮਤੇ ਪਾਏ ਨੇ। ਜਾਨੀ ਇਹ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਜਥੇਬੰਦੀਆਂ ਟ੍ਰੇਡ ਯੂਨੀਅਨ ਹੈ, ਖੇਤ ਮਜ਼ਦੂਰਾਂ ਦੀਆਂ 8 ਜਥੇਬੰਦੀਆਂ ਇਕੱਠੀਆਂ, ਉਹਨਾਂ ਨੇ ਵੀ ਐ ਮਤੇ ਪਾ ਕੇ ਤੇ ਲੜਾਈ ਦੇ ਮੈਦਾਨ ਦੇ ਵਿੱਚ ਆਏ। ਇਹਨੂੰ ਵੀ ਜਾਨੀ ਕੁੱਲ ਵਰਗ ਦੇ ਜਾਨੀ ਕਿੰਨੀਆਂ ਮੁਲਾਜ਼ਮਾਂ ਦੀਆਂ ਨੌਜਵਾਨ ਹੈ, ਵਿਦਿਆਰਥੀਆਂ ਦੀਆਂ ਜਥੇਬੰਦੀਆਂ PSU ਰੰਧਾਵਾ ਵੱਲੋਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਉਹਨਾਂ ਦੇ ਮਤੇ ਆਏ ਹੋਏ ਹੈ। ਜਾਨੀ ਟੋਟਲੀ ਜੇ ਮੈਂ ਕਹਾਂ ਵੀ ਇੱਕ ਪਾਸੇ ਲੋਕਾਂ ਦਾ ਧੜਾ, ਦੂਜੇ ਪਾਸੇ ਜੋਕਾਂ ਦਾ ਧੜੇ ਦੀ ਜਿਹੜੀ ਗੱਲ ਆਪਾਂ ਕਰਦੇ ਹਾਂ ਉਹ ਜਾਨੀ ਲੋਕਾਂ ਦਾ ਧੜਾ ਅਸੀਂ ਕਹਿੰਦੇ ਹਾਂ ਵੀ ਸਾਡੇ ਛੋਟੇ ਕਾਰੋਬਾਰ ਦੇ ਹੋਰ ਸਾਰੇ ਕਿਰਤੀ ਕਰਨ ਵਾਲੇ ਲੋਕ ਇੱਥੋਂ ਤੱਕ ਤੇ ਜਿਹੜੇ ਦਿਮਾਗੀ ਆਪਦੀ ਜਿਹੜੀ ਦਿਮਾਗ ਦੀ ਕਸਰਤ ਆ ਉਹ ਇੱਧਰ ਲਾਉਂਦੇ ਆ, ਲੋਕਾਂ ਦੇ ਲੇਖੇ ਪੜ੍ਹਦੇ ਆ, ਕਲਮਾਂ ਚਲਾਉਂਦੇ ਆ, ਕੋਈ ਰੰਗ ਕਰਨੀ ਹੈ, ਨਾਟਕਕਾਰ ਹੈ, ਪੱਤਰਕਾਰ ਹੈ, ਉਹ ਸਾਰਿਆਂ ਦਾ ਜਾਨੀ ਇੱਧਰ ਵਜਨ ਪਿਆ ਜਿੱਥੇ ਸਾਰਿਆਂ ਨੇ ਇਸ ਸੱਦੇ ਨੂੰ ਡਟਵਾਂ ਸਮਰਥਨ ਦਿੱਤਾ ਜੀ। ਅੱਛਾ ਜੀ
ਜੀ ਹਾਂਜੀ ਹਾਂਜੀ ਜੀ। ਸੋ ਸ਼ਿੰਗਾਰਾ ਜੀ, ਮੈਂ ਇਹ ਵੀ ਜਾਣਨਾ ਚਾਹੂੰਗਾ ਕਿ 12 ਵੱਖ-ਵੱਖ ਸਿਆਸੀ ਜਿਹੜੀਆਂ ਪਾਰਟੀਆਂ ਨੇ ਤੇ ਸਿਆਸੀ ਸੰਗਠਨ ਨੇ, ਉਹਨਾਂ ਨੇ ਵੀ ਕੋਈ ਜਿਹੜਾ ਹੈ ਇਸ ਨੂੰ ਹਮਾਇਤ ਦਿੱਤੀ ਸੀਗੀ ਇਸ ਵਿਰੋਧ ਪ੍ਰਦਰਸ਼ਨ ਨੂੰ। ਸੋ ਕਿਤੇ ਉਹਨਾਂ ਵੱਲੋਂ ਵੀ ਕੋਈ ਗਤੀਵਿਧੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਧਿਆਨ ਦੇ ਵਿੱਚ ਹੋਵੇ ਉਹਨਾਂ ਦੀਆਂ? ਦੇਖੋ, ਇੱਕ ਤਾਂ ਜਿਵੇਂ ਮੈਂ ਤੁਹਾਨੂੰ ਆਪ ਦੱਸਤਾ ਵੀ ਉਹਨਾਂ ਨੇ ਆਪਦੇ ਘਰਾਂ ਤੇ ਬਕਾਇਦਾ ਕਾਲੇ ਝੰਡੇ ਪਰਿਵਾਰਾਂ ਸਮੇਤ ਚੜ੍ਹੇ ਹੈ, ਕਾਲੇ ਝੰਡੇ ਲਹਿਰਾ ਕੇ ਤੇ ਮੰਗ ਕੀਤੀ ਹੈ ਵੀ ਇਹ ਕਿਸਾਨਾਂ ਦਾ ਅੰਦੋਲਨ ਜਿੱਤੇ ਤੇ ਮੋਦੀ ਹੁਕੂਮਤ ਸਰਕਾਰ ਮੰਗਾਂ ਮੰਨੇ ਇਹਨਾਂ ਦੀਆਂ ਜੀ। ਐਂ ਜਿਹੜੀ ਸਾਰਿਆਂ ਨੇ ਇੱਕ ਤਾਂ ਇੱਕ ਉਹਨਾਂ ਦਾ ਇਹ ਰੂਪ ਵੀ ਸਾਰੇ ਉਹਨਾਂ ਦੇ ਆਗੂਆਂ ਨੇ ਸਾਰੇ ਜਿੱਥੇ ਜਿੱਥੇ ਹੈਗੇ ਆ ਇਹ ਕਾਲੇ ਝੰਡੇ ਲਹਿਰਾਉਣ ਦੇ ਵਿੱਚ ਐਂ ਸਾਹਮਣੇ ਆਈ ਹੈ ਗੱਲ ਜੀ। ਤੇ ਦੂਜੀ ਗੱਲ, ਅਸੀਂ ਇਹ ਵੱਡੀ ਪ੍ਰਾਪਤੀ ਇਹ ਸਮਝਦੇ ਆ ਵੀ ਉਹ ਅਸਲ ਵਿੱਚ ਭਾਵੇਂ ਅੰਦਰੋਂ ਅਸੀਂ ਸਮਝਦੇ ਆ ਉਹਨਾਂ ਦਾ ਕਿਰਦਾਰ ਨਹੀਂ ਠੀਕ, ਪਰ ਉਹ ਘੜੀਸੇ ਗਏ ਇਸ ਘੋਲ ਦੇ ਵਿੱਚ। ਇਹ ਘੋਲ ਚ ਤਾਕਤ ਇੰਨੀ ਬਣ ਗਈ ਵੀ ਜਿਹੜੇ ਪਹਿਲਾਂ ਕਿਸੇ ਵੇਲੇ ਇਹ ਹੁੰਦੀ ਸੀ ਵੀ ਸਿਆਸੀ ਪਾਰਟੀਆਂ ਦੇ ਮੂਹਰੇ ਹੁੰਦੀ, ਲੋਕ ਮਗਰ ਹੁੰਦੇ ਸੀ, ਅੱਜ ਹੁਣ ਲੋਕ ਮੂਹਰੇ ਹੈ, ਸੰਘਰਸ਼ ਮੂਹਰੇ ਹੈ। ਸਿਆਸੀ ਪਾਰਟੀਆਂ ਜਿਵੇਂ ਤੁਸੀਂ 12 ਦਾ ਜ਼ਿਕਰ ਕੀਤਾ, ਹੋਰ ਵੀ ਨਾ ਉਹ ਮਗਰ ਨਾ ਸਾਰੇ ਆਏ ਉਹਨਾਂ ਨੇ ਕੀਤਾ, ਸਮਰਥਨ ਕੀਤਾ। ਚਲੋ ਕਿਸੇ ਕੋਈ ਕਿਸੇ ਵੀ ਹੈ, ਅਸੀਂ ਸਮਝਦੇ ਹਾਂ ਵੀ ਸਭ ਦਾ ਹੀ ਧੰਨਵਾਦ ਜਿਹਨੇ ਸਮਰਥਨ ਕੀਤਾ ਹੈ, ਜਿਹਨੇ ਵੀ ਇਹਦੇ ਘੋਲ ਦੇ ਪੱਖ ਦੇ ਵਿੱਚ ਡੱਕਾ ਚੁੱਕਿਆ ਹੈ, ਉਹਦਾ ਵਜਨ ਇੱਧਰ ਪਿਆ, ਮੋਦੀ ਹੁਕੂਮਤ ਤੇ ਦਬਾਅ ਬਣਿਆ। ਇਹ ਚੰਗੀ ਗੱਲ ਹੀ ਹੈ, ਇਹਨੂੰ ਜੀ ਐਂ ਹੀ ਕਹਾਂਗੇ ਆਪਾਂ। ਠੀਕ ਹੈ ਜੀ। ਸੋ ਇਹ ਤਾਂ ਹੋਈ ਗੱਲ ਜੀ ਅੱਜ ਦੇ ਸੰਘਰਸ਼ ਨੂੰ ਲੈ ਕੇ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਕੋਈ ਗੱਲਬਾਤ ਦਾ ਕੋਈ ਦੌਰ ਵੀ ਸ਼ੁਰੂ ਹੋਣ ਦੀ ਉਮੀਦ ਹੈਗੀ ਹੈ? ਕੋਈ ਹੋ ਰਹੀ ਹੈ ਹਲਚਲ ਇਸ ਪ੍ਰਕਾਰ ਦੀ? ਦੇਖੋ, ਗੱਲਬਾਤ ਦੇ ਜਿਹੜੇ ਸੰਕੇਤ ਹੈ ਉਹ ਤਾਂ ਰੋਜ਼ ਹੀ ਦੇ ਰਹੇ ਆ, ਉਹ ਅਖਬਾਰਾਂ ਰਾਹੀਂ ਵੀ ਗੱਲਬਾਤ ਲਈ ਤਿਆਰ ਆ ਅਸੀਂ ਤੁਸੀਂ ਭੇਜੋ। ਬਸ ਜਿਹੜਾ ਇੱਕ ਪੰਜਾਬੀ ਦੀ ਕਹਾਵਤ ਆ ਨਾ ਵੀ ਰੱਸੀ ਮੱਚ ਤਾਂ ਗਈ, ਵੱਟ ਨਹੀਂ ਗਿਆ ਹਜੇ। ਬਿਲਕੁਲ ਬਿਲਕੁਲ। ਉਹ ਹਾਲਤ ਬਣੀ ਹੋਈ ਹੈ ਉਹਨਾਂ ਦੀ ਵੀ ਯਾਰ ਹੁਣ ਵੀ ਜਿਵੇਂ ਜੋ ਮਰਜ਼ੀ ਕਰਾ ਲਓ, ਪਰ ਰੱਦ ਵਾਲੀ ਗੱਲ ਛੱਡ ਦਿਓ। ਹੁਣ ਕੱਲ ਵੀ ਤੋਮਰ ਦਾ ਬਿਆਨ ਆਇਆ ਹੋਇਆ ਵੀ ਜੋ ਮਰਜ਼ੀ ਦਾ ਮਤਲਬ ਕੀ ਰਹੇਗਾ, ਫਿਰ ਸਾਡੀ ਮਰਜ਼ੀ ਹੈ ਤਾਂ ਰੱਦ ਕਰੋ। ਬਿਲਕੁਲ ਜੀ। ਇਹ ਹਜੇ ਵੀ ਮਾੜੀ ਜਿਹੀ ਕੁੰਡੀ ਰੱਖ ਰਹੇ ਹੈ। ਉਹ ਜਿੱਥੋਂ ਤੱਕ ਇਹ ਹਾਲਤ ਹੈ, ਜਿਹੇ ਜੀ ਉਹਨਾਂ ਤੇ ਹਾਲਤ ਬਣੀ ਹੋਈ ਹੈ, ਦਬਾਅ ਬਣਿਆ ਹੋਇਆ ਹੈ ਅੰਦਰੋਂ ਭਾਜਪਾ ਦੇ, ਉਹ ਹੈਗੇ ਹੈ ਦਬਾਅ। ਇਹ ਗੱਲਬਾਤ ਕਰਨੀ ਪੈਣੀ ਹੈ। ਦੇਖੋ, ਮਸਲਾ ਹੋਣਾ ਗੱਲਬਾਤ ਰਾਹੀਂ, ਗੱਲਬਾਤ ਬਿਨਾਂ ਹੋਰ ਹੈ ਨਹੀਂ। ਉਹਨਾਂ ਕੋਲ ਦੋ ਰਾਹ ਰਹਿ ਗਏ ਸਰਕਾਰ ਕੋਲੇ, ਚਾਹੇ ਤਾਂ ਇਹਨੂੰ ਸਖਤੀ ਨਾਲ ਠਾ ਦੇ ਤੇ ਚਾਹੇ ਮੰਗਾ ਮੰਨ ਲਏ। ਇਹ ਤੋਂ ਬਿਨਾਂ ਵਿੱਚ ਵਿਚਾਲੇ ਵਾਲਾ ਰਾਹ ਹੈ ਹੀ ਨਹੀਂ ਹੁਣ ਕੋਈ। ਤੇ ਜੇ ਸਖਤੀ ਨਾਲ ਠਾਉਂਦੇ ਆ, ਦੇਖੋ ਇਹਨਾਂ ਦਾ ਬਚਦਾ ਕੁਛ ਨਹੀਂ ਜੀ। ਇੱਧਰ ਲੜਨ ਵਾਲੇ ਲੋਕਾਂ ਨੂੰ ਦੇਖੋ, ਅਸੀਂ ਤਾਂ ਕੁਰਬਾਨੀਆਂ ਕਰਕੇ ਆਏ ਆ। ਸਾਡੇ ਪਾਸੇ ਸਾਡੇ ਸਾਹਮਣੇ ਤਾਂ 3 ਮੌਤਾਂ ਖੜੀਆਂ ਜੀ। ਇੱਕ ਮੌਤ ਸਰਕਾਰ ਤੋਂ ਸਖਤੀ ਕਰਦੇ, ਗੋਲੀ ਛਿੱਕੇ ਨਾ ਜਾਂ ਲਾਠੀ ਚਾਰਜ ਨਾਲ ਸਾਡੇ ਕਿੰਨੇ ਬੰਦੇ ਜਾ ਸਕਦੇ ਆ, ਉਹ ਮੌਤ ਹੈ ਜੀ। ਇੱਕ ਮੌਤ ਕਰੋਨਾ ਵਾਲੀ ਹੈ, ਉਹ ਵੀ ਕਿਉਂਕਿ ਪੂਰਾ ਰਿਸਕ ਹੈ ਸਾਡੇ ਵਾਸਤੇ ਜੀ। ਇਸ ਕਰਕੇ ਇਹ ਫਿਰ ਹੁਣ ਅਸੀਂ ਕਿਹੜੀ ਮੌਤ ਕਬੂਲ ਕਰਨੀ ਹੈ? ਇੱਕ ਤਾਂ 2 ਮੌਤਾਂ ਤਾਂ ਅਸੀਂ ਪ੍ਰਵਾਨ ਕਰੀ ਬੈਠੇ, ਤੀਜੀ ਮੌਤ ਆ ਵੀ ਸਾਡੇ ਫਿਰ ਜੇ ਨਹੀਂ ਇਹ ਘੋਲ ਜਿੱਤੀ ਦਾ, ਫਿਰ ਸਾਡੀ ਹੋਣ ਦੀ ਮੌਤ ਹੀ ਹੈ, ਸਾਡੇ ਬੱਚਿਆਂ ਦੇ ਭਵਿੱਖ ਦੀ ਮੌਤ ਹੈ। ਗਾਂ ਇਹਦੇ ਚ ਜੇ ਖੇਤੀ ਨਹੀਂ ਬਚਦੀ ਫਿਰ ਕਾਹਦਾ ਬਚਣਾ ਇਹ ਜਾਣੀ ਸਾਨੂੰ ਤਾਂ 3 ਮੌਤਾਂ ਦਾ ਅੱਜ ਟੱਕਰਾ ਕਰਨਾ ਪੈ ਰਿਹਾ ਤੇ ਅਸੀਂ ਕਬੂਲ ਕੀਤਾ ਵੀ ਠੀਕ ਹੈ, ਅਸੀਂ ਸ਼ਰਨਾਮਤੀ ਮੌਤ ਜਾਈਏ। ਫਿਰ ਦੂਜੀ ਮੌਤ ਕਿਉਂ ਕਰੀਏ? ਜਿਵੇਂ ਸਾਡੇ ਤੇ ਦੇਖੋ ਕਰੋਨਾ ਦੇ ਮਾਮਲੇ ਦੇ ਵਿੱਚ ਸਾਨੂੰ ਪੂਰੀ ਤਰ੍ਹਾਂ, ਖਾਸ ਕਰਕੇ ਸਾਡੀ ਜਥੇਬੰਦੀ ਦੀ ਕਈ ਤਗੜਾ ਪੂਰੀ ਤਰ੍ਹਾਂ ਕਰੋਨਾ ਨੂੰ ਮਹਾਮਾਰੀ ਮੰਨਦੀ ਹੈ। ਤੇ ਆਪਾਂ ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਸਾਡੀ ਜਥੇਬੰਦੀ ਨੇ ਇਹਦੀਆਂ ਪੇਸ਼ਬੰਦੀਆਂ ਕੀਤੀਆਂ ਸੀ। ਸਾਡੀ ਸਾਰੀ ਲੀਡਰਸ਼ਿਪ ਜਿਹੜੀ 50-55 ਤੋਂ ਉੱਪਰ ਸੀ, ਉਹਨੂੰ ਕਾਤਵਾਸ ਰੱਖਿਆ ਸੀ 15 ਸਤੰਬਰ ਤੱਕ। ਅਖੀਰ ਨੂੰ ਫਿਰ ਇਹ ਰਿਸਕ ਲੈ ਕੇ ਆ ਗਏ ਵੀ ਹੁਣ ਤਾਂ ਭਾਈ ਕਰੋਨਾ ਮਾਰੂਗਾ 2-3% ਨੂੰ, ਤੇ ਜੇ ਆਹ ਕਾਨੂੰਨਾਂ ਦੇ ਖਿਲਾਫ ਨਹੀਂ ਲੜਦੇ ਸਾਰੇ ਦੇ ਸਾਰੇ ਨੂੰ ਮਾਰੂਗਾ। ਅੱਛਾ ਜੀ। ਆਏ ਨਹੀਂ ਸਾਡੇ ਵਾਸਤੇ ਸਵਾਲ ਹੈਗਾ, ਇਸ ਕਰਕੇ ਆਏ ਹੋਏ ਆ ਵਿੱਚ ਵੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਖੀਰ ਗੱਲ ਤੇ ਜਦੋਂ ਜੇ ਬੰਦੀਆਂ ਕੋਈ ਅੰਦੋਲਨਕਾਰੀ ਇਹ ਧਾਰ ਲੈਣਾ, ਫਿਰ ਕਿੰਨੇ ਵੀ ਖੂੰਖਾਰ ਸਰਕਾਰਾਂ ਹੋਣ, ਜਿੰਨੇ ਮਰਜ਼ੀ ਜਾਬਰ ਹਾਕਮ ਹੋਣ, ਉਹਨੂੰ ਗੱਲਬਾਤ ਕਰਨੀ ਪੈਣੀ ਹੈ, ਗੱਲਬਾਤ ਕਰਨੀ ਹੀ ਪਊਗੀ ਜੀ ਜੀ। ਸੋ ਇਸ ਦੌਰਾਨ ਤੁਸੀਂ ਕਰੋਨਾ ਦੀ ਵੀ ਗੱਲ ਕੀਤੀ ਹੈ, ਸੋ ਟੀਕਾਕਰਨ ਵੱਲ ਵੀ ਕਿਤੇ ਨਾ ਕਿਤੇ ਕੋਈ ਪਹਿਲ ਹੋ ਰਹੀ ਹੈ ਜਾਂ ਜੇ ਦਿੱਲੀ ਮੋਰਚੇ ਤੇ ਨਹੀਂ ਤਾਂ ਪਿੰਡਾਂ ਦੇ ਵਿੱਚ ਮੇਰਾ ਖਿਆਲ ਜਦੋਂ ਗਏ ਹੋਣਗੇ ਉੱਥੇ ਟੀਕਾ ਲਵਾਇਆ ਜਾ ਰਿਹਾ ਕੁਝ ਵੈਕਸੀਨੇਸ਼ਨ ਦੀ ਆਪਾਂ ਗੱਲ ਕਰੀਏ ਜੀ? ਟੀਕਾ ਸਾਡੀ ਹੈਗੀ ਆ ਵੀ ਲਵਾਉਣਾ ਚਾਹੀਦਾ, ਪਰ ਅਸੀਂ ਸਤਾ ਨਹੀਂ ਦਿੱਤਾ। ਅੱਛਾ ਜੀ। ਕਾਰਨ ਇਹਦਾ ਇਹ ਹੈ ਵੀ ਕਿਉਂਕਿ ਟੀਕਾ ਲਵਾਉਣ ਦੇ ਪਿੱਛੇ ਵੀ ਲੋਕਾਂ ਨੂੰ ਬੜੇ ਸ਼ੰਕੇ ਖੜੇ ਹੋਏ ਵੇ ਆ। ਸਿੱਧਾ ਹੀ ਆਇਆ ਹੋਇਆ ਵੀ 3% ਲੋਕਾਂ ਦੀ 1000 ਮਗਰ 3 ਕਿਹਾ ਹੋਇਆ ਉਹਨਾਂ ਨੇ ਵੀ ਉਹ ਮੌਤਾਂ ਹੁੰਦੇ ਨੇ ਇਹਦੀਆਂ, ਲੋਕਾਂ 'ਚ ਸ਼ੰਕੇ ਖੜੇ ਹੋ ਗਏ। ਆਈ ਟੈਸਟ ਕਰਾਉਣ ਦੇ ਮਾਮਲੇ 'ਚ ਵੀ ਹੈ। ਅਸੀਂ ਹੁਣ ਮੇਰੇ ਖੁਦ ਦਾ ਹੀ ਆ, ਮੈਂ ਟੈਸਟ ਵੀ ਕਰਾਇਆ ਹੋਇਆ, ਵੈਕਸੀਨ ਵੀ ਲਵਾਈ ਹੋਈ ਹੈ। ਅੱਛਾ ਜੀ। ਗੱਲ ਤਾਂ ਇਸ ਮਾਮਲੇ ਦੇ ਵਿੱਚ ਇਹ ਹੈਗਾ ਵੀ ਸਰਕਾਰ ਨੂੰ ਦੂਜਾ ਰਾਹ ਛੱਡ ਕੇ ਜੀ, ਕਿਉਂਕਿ ਪੰਜਾਬ ਸਰਕਾਰ
ਅਸੀਂ ਇਸ ਰਾਹ ਤੇ ਲਿਆਉਣ ਖਾਤਰ ਪੰਜਾਬ ਸਰਕਾਰ ਦੇ ਖਿਲਾਫ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਲਾਉਣ ਜਾ ਰਹੇ ਹਾਂ 28, 29, 30 ਤਰੀਕ ਨੂੰ ਵੀ ਕਰੋਨਾ ਨਾਲ ਸੰਬੰਧਿਤ ਤੁਸੀਂ ਲੋਕਾਂ ਨੂੰ ਪ੍ਰੇਰਨਾ ਦੇ ਕੇ, ਲੋਕਾਂ ਦੀ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਦੱਸੋ ਇਹ ਗੱਲਾਂ, ਉਹਨਾਂ ਦੇ ਸ਼ੰਕੇ ਦੂਰ ਕਰੋ ਜੀ। ਅਸੀਂ ਆਪਦੇ ਸਾਰੇ ਘੋਲਾਂ 'ਚ ਪੇਸ਼ਵੰਦੀਆਂ ਕੀਤੀਆਂ ਹੋਈਆਂ, ਅਸੀਂ ਵੱਡੀ ਪੱਧਰ ਤੇ ਮਾਸਕ ਵੰਡੇ ਹੋਏ ਆ, ਸੈਨੀਟਾਈਜ਼ਰ ਕਰਦੇ ਆ। ਸਾਡੇ ਟਿੱਕਰੀ ਬਾਰਡਰ ਤੇ ਪਿਛਲੇ ਦਿਨੀ ਅਸੀਂ ਸਾਰੇ ਨੂੰ ਸੈਨੀਟਾਈਜ਼ਰ ਕੀਤਾ, ਸਪਰੇਅ ਕੀਤੀ ਹੈ ਸਾਰੇ ਕੈਂਪਾਂ ਦੇ ਵਿੱਚ। ਜਿਹੜੇ ਸਾਡੇ ਸਮਰਥਕ ਡਾਕਟਰ ਹੈ, ਉਹ ਡਾਕਟਰ ਮੁੱਢਲੀ ਸਹਾਇਤਾ ਦੇਣ ਵਾਸਤੇ ਉਹ ਕਾਇਮ ਹਨ ਇੱਥੇ ਜੀ। ਤੇ ਆਉਂਦੇ ਦਿਨਾਂ 'ਚ ਅਸੀਂ ਹੋਰ ਵੀ ਇਹਨੂੰ ਵੱਧ ਕਰ ਰਹੇ ਹਾਂ, ਇਹਦੀ ਬਚਤ ਦੇ ਜਿੰਨਾ ਵੀ ਤੋਂ ਹੋ ਸਕੇ। ਜੇ ਸਾਡਾ ਕੋਈ ਬੰਦੇ ਨੂੰ ਐ ਸ਼ੱਕ ਹੁੰਦਾ ਵੀ ਭਾਈ ਤੂੰ ਖੰਘ ਜ਼ੁਕਾਮ ਜਿਹਾ ਲੱਗਦਾ, ਤੁਰਤ ਦਵਾਈ ਲੈ, ਕਾੜੇ ਪੀ, ਯਾਨੀ ਐ। ਤੇ ਇਸੇ ਕਰਕੇ ਹੀ ਅੰਦੋਲਨ ਦੇ ਵਿੱਚੋਂ ਹਜੇ 6 ਮਹੀਨੇ ਹੋ ਗਏ, ਉਹ ਜੋ ਮਰਜ਼ੀ ਕਹੀ ਜਾਣ, ਇੱਕ ਵੀ ਕੇਸ ਇੰਨਾ ਚੱਲਦਾ ਰਿਹਾ ਇਹ ਕਰੋਨਾ ਦਾ ਸਾਹਮਣੇ ਨਹੀਂ ਆਇਆ। ਅੱਛਾ, ਸਗੋਂ ਜਿਹੜੇ ਪਿੱਛੇ ਬੈਠੇ ਆ ਜਾਂ ਹੋਰ ਥਾਈਂ ਬੈਠੇ ਪਾਸੇ ਬੈਠੇ ਉਹਨਾਂ ਵਾਲੇ ਥਾਵਾਂ ਤੋਂ ਕਿੰਨੇ ਇਹ ਕੇਸ ਕਰੋਨਾ ਦੇ ਆ ਰਹੇ ਆ। ਪਰ ਇਹਦੇ ਬਾਵਜੂਦ ਅਸੀਂ ਕਹਿੰਦੇ ਹਾਂ ਬਚਤ ਤੇ ਸਰਕਾਰ ਤੋਂ ਮੰਗ ਕਰਦੇ ਹਾਂ, ਸਰਕਾਰ ਨੇ ਨਵੇਂ ਪੈਸੇ ਦਾ ਪ੍ਰਬੰਧ ਨਹੀਂ ਕਰਾ। ਪ੍ਰਬੰਧ ਕਰੇ, ਇਹ ਟੀਕਾਕਰਨ ਵੀ ਕਰੇ, ਟੈਸਟ ਵੀ ਕਰੇ, ਮੁੱਢਲੀ ਜਿਹੜੀ ਸਹਾਇਤਾ ਬਣਦੀ ਹੈ ਇਹਨਾਂ ਦਾ ਪ੍ਰਬੰਧ ਕਰੇ, ਆਕਸੀਜਨ ਦਾ ਪ੍ਰਬੰਧ ਕਰੇ, ਡਾਕਟਰਾਂ ਦਾ ਪ੍ਰਬੰਧ ਕਰੇ। ਕਰਨਾ ਚਾਹੀਦਾ ਸਰਕਾਰ ਨੂੰ। ਬਿਲਕੁਲ ਜੀ, ਬਿਲਕੁਲ। ਆਹ ਰਾਹ ਛੱਡ ਕੇ ਜਿਹੜਾ ਦੂਜਾ ਵੀ ਸਖਤੀ ਵਾਲਾ ਲੋਕਡਾਊਨ ਕਰ ਦਿਓ ਜੀ, ਕਰਫਿਊ ਲਾ ਦਿਓ ਜੀ, ਇਹਨਾਂ ਦੇ ਚਲਾਨ ਕੱਟ ਦਿਓ ਜੀ, ਇਹਨਾਂ ਨੂੰ ਡਾਂਗਣਾ ਅੰਦਰ ਵਾੜ ਦਿਓ ਜੀ, ਇਹ ਕੋਈ ਹੱਲ ਨਹੀਂ ਜੀ। ਜਿਹੜੇ ਲੋਕ ਭੁੱਖੇ ਮਰਦੇ ਆ, ਜਿਹੜੇ ਲੋਕਾਂ ਨੇ ਰੋਜ਼ ਦੇਖੋ ਤੁਸੀਂ ਰੋਜ਼ ਦਾ ਉਹਨਾਂ ਕਮਾ ਕੇ ਖਾਣਾ, ਉਹ ਲੋਕ ਕੀ ਕਰਨਗੇ? ਉਹਨਾਂ ਦਾ ਪ੍ਰਬੰਧ ਕਰਨਾ ਬਹਿ ਜਾਣਗੇ ਲੋਕ। ਇਹ ਤਾਂ ਬਹੁਤ ਵੱਡੀਆਂ ਚੁਣੌਤੀਆਂ ਹੈਗੀਆਂ ਨੇ ਜੀ। ਹਾਂਜੀ ਹਾਂਜੀ ਜੀ। ਸੋ ਇਸ ਦੌਰਾਨ ਮੈਂ ਇੱਕ ਵਾਰ ਤੁਸੀਂ ਹੁਣ ਥੋੜਾ ਮੋਰਚੇ ਦਾ ਵੀ ਹਾਲ ਸੁਣਾ ਦਿਓ ਵੀ ਸਿੰਘੂ ਬਾਰਡਰ ਹੋਵੇ ਭਾਵੇਂ ਟਿੱਕਰੀ ਬਾਰਡਰ ਹੋਵੇ। ਸੋ ਉੱਥੇ ਕਿਸ ਪ੍ਰਕਾਰ ਹੌਸਲੇ ਬਰਕਰਾਰ ਨੇ? ਜਿਵੇਂ ਪਹਿਲਾਂ ਇੱਕ ਬੜੀ ਗੱਲ ਚੱਲ ਪਈ ਸੀ ਕਿ ਇਕੱਠ ਘਟ ਗਿਆ, ਸੋ ਉਹ ਚੀਜ਼ਾਂ ਬਾਰੇ ਵੀ ਥੋੜਾ ਚਾਨਣ ਪਾ ਦਿਓ ਕਿ ਇਸ ਟਾਈਮ ਸੂਰਤ ਹਾਲ ਉੱਥੋਂ ਦਾ ਕੀ ਹੈ, ਕਿੱਦਾਂ ਦਾ ਮਾਹੌਲ ਚੱਲ ਰਿਹਾ ਉੱਥੇ? ਦੇਖੋ ਜੀ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਜੀ। ਸਰਕਾਰ ਵਾਲੇ ਮਤਲਬ ਇਹਨੇ ਨਿਰਾਸ਼ਾ ਫੈਲਾਉਣ ਦਾ ਯਤਨ ਕੀਤਾ। ਇਹਨੇ ਤਾਂ ਕਿਸਾਨਾਂ ਨੂੰ ਕੀੜ ਲਾਉਣਾ ਸੀ। ਪਿਛਲੇ ਦਿਨੀ ਜੋ ਵੱਡਾ ਤੂਫਾਨ ਆਇਆ ਹੈ ਸਾਡੇ ਟਿੱਕਰੀ ਬਾਰਡਰ ਤੇ, ਸਾਡਾ ਸਟੇਜ ਵਾਲਾ ਸਾਰੇ ਦਾ ਸਾਰਾ ਜਿਹੜਾ ਪ੍ਰਬੰਧ ਸੀਗਾ, ਸਾਮਾਨ ਲੱਗਿਆ ਵਾ ਸੀਗਾ, ਸਾਰੇ ਦਾ ਸਾਰਾ ਪੱਟਤਾ ਸੀ, ਨਵੇਂ ਸਿਰੋਂ ਲਾਉਣਾ ਪਿਆ। ਅੱਛਾ ਜੀ। ਸਾਡੇ ਕਿਸਾਨਾਂ ਨੇ ਰਾਤ ਨੂੰ ਮਤਲਬ ਜਿਹੜੇ ਸਾਡੇ ਆਰਜੀ ਘਰ ਬਣਾਏ ਹੋਏ ਆ, ਜਿਹੜੀਆਂ ਉੱਤੇ ਪਾਈਪਾਂ ਕੱਢੀਆਂ, ਵੰਝ ਕੱਢਿਆ, ਇਹ ਬੰਜਾਂ ਨੂੰ ਫੜ ਕੇ ਰੱਖਿਆ। ਅੱਛਾ। ਪਰ ਅਗਲੇ ਦਿਨ ਥੱਲੇ ਪਾਣੀ ਵੜ ਗਿਆ, ਉਹਨਾਂ ਦੇ ਖਾਣ ਪੀਣ ਦਾ ਸਮਾਨ ਭਿੱਜ ਗਿਆ। ਉਹ ਪਾਣੀ ਦੇ ਵਿੱਚ ਅਸੀਂ ਇੰਟਰਵਿਊ ਕਰਨਗੇ, ਉਹਨਾਂ ਦਾ ਹਾਲ ਚਾਲ ਪੁੱਛਣਗੇ ਲੋਕਾਂ ਦਾ ਵੀ ਕੀ ਹਾਲ ਆ, ਉਹ ਕਹਿੰਦੇ ਚੜ੍ਹਦੀ ਕਲਾ, ਗੱਲ ਹੀ ਕੋਈ ਨਹੀਂ ਜੀ। ਇਹ ਦੇਖੋ ਤੁਸੀਂ, ਇਹ ਉਦਾਹਰਨਾਂ ਵੀ ਇੰਨੀ ਔਖ ਝੱਲ ਕੇ ਉਦੋਂ ਬਾਅਦ ਤੇ ਉਹ ਉਦਾਹਰਨਾਂ ਇਹ ਦਿੱਤੀਆਂ ਉਹਨਾਂ ਨੇ ਵੀ ਯਾਰ ਇਹ ਤਾਂ ਸਾਡੇ ਗੁਰੂਆਂ ਪੀਰਾਂ ਤੇ ਪਿਆਰ ਹੈ। ਮਾਛੀਵਾੜੇ ਕਿਹੜਾ ਉਦੋਂ ਆਏ ਨਹੀਂ ਸੀ, ਪਰਿਵਾਰ ਵਿਛੋੜਾ ਪੈ ਗਿਆ ਸਾਡੇ ਗੁਰੂਆਂ ਦਾ ਜਦੋਂ ਇਹ ਸਰਸਾ ਨਦੀ ਤੇ ਵਿਛੋੜਾ ਪਿਆ। ਇਹ ਤਾਂ ਝੱਲਿਆ ਸੀ ਜੀ, ਇਹ ਝੱਲਣ ਲਈ ਤਿਆਰ ਆ। ਇਹੋ ਜਿਹੇ ਜਿਹੜੇ ਕੁਦਰਤੀ ਕਹਿਰ ਹੈ ਵੀ ਸਾਨੂੰ ਇਹ ਵੀ ਨਹੀਂ ਲਾ ਸਕਦਾ। ਇਹ ਤੋਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਡੀ ਚੜ੍ਹਦੀ ਕਲਾ ਚ ਵੀ ਫਿਰ ਇਹ ਐਡਾ ਕਹਿਰ ਜਾਨੀ ਸਾਡੀ ਸਰਕਾਰ ਤਾਂ ਵਰਤਾ ਨਹੀਂ ਸਕਦੀ। ਜੇ ਵਰਤਾਊ ਵਾਲੇ ਝੱਲਣ ਲਈ ਤਿਆਰ ਆ ਤੇ ਫਿਰ ਤਾਂ ਬਚੂ ਕੀ? ਇਸ ਕਰਕੇ ਬਿਲਕੁਲ ਚੜ੍ਹਦੀ ਕਲਾ ਚ ਕੋਈ ਇਕੱਠ ਨਹੀਂ ਘਟਾ। ਦੇਖੋ ਕੇਰਾ ਜਿਹੜਾ ਹਾੜੀ ਦਾ ਦੌਰ ਸੀ, ਕੇਰਾ ਥੋੜਾ ਜਿਹਾ ਬਾਰਾ ਫਰਕ ਪੈਣਾ ਹੀ ਹੁੰਦਾ। ਹੁਣ ਫਿਰ ਉਸੇ ਚੱਲ ਤੇ ਹੁਣ ਸਾਡੀ ਜਥੇਬੰਦੀ ਨੇ ਕੀਤਾ ਹੋਇਆ, ਹਰ ਹਫ਼ਤੇ ਨਵੇਂ ਮਤਲਬ ਜਥੇ ਆਉਂਦੇ ਆ। ਹਰ ਐਤਵਾਰ ਨੂੰ ਅਸੀਂ ਫੈਸਲਾ ਕੀਤਾ ਹੋਇਆ, ਜਿਹੜਾ ਕੱਲ ਐਤਵਾਰ ਲੰਘ ਗਿਆ ਵੱਡੇ ਜਥੇ ਆਏ ਆ। ਤਿੰਨੇ ਬਾਰਡਰ ਰਾਹੀਂ ਖਨੌਰੀ ਬਾਰਡਰ ਹੈ, ਡੱਬ ਵਾਲੀ ਬਾਰਡਰ ਹੈ ਤੇ ਇੱਧਰ ਵਿਚਾਲੇ ਸਰਦੂਲਗੜ੍ਹ ਬਾਰਡਰ ਹੈ। 3 ਬਾਰਡਰ ਸਾਡੇ ਹਿੱਸੇ ਨੂੰ ਪੈਂਦੇ ਆ। 3 ਬਾਰਡਰਾਂ ਤੋਂ ਪੂਰੇ ਭਰਨੇ ਜਥੇ ਆਏ ਆ। ਹਫ਼ਤਾ ਰਹਿਣਗੇ, ਉਹ ਹਫ਼ਤੇ ਬਾਅਦ ਉਹ ਤਬਦੀਲ ਹੋ ਜਾਣਗੇ, ਨਵੇਂ ਮਤਲਬ ਜਾ ਵੜਦੇ ਆ ਜੀ। ਬਿਲਕੁਲ। ਇੱਕ ਰੋਜ਼ ਦਾ ਆਦਾਨ ਪ੍ਰਦਾਨ ਹੁੰਦਾ। ਰੇਲ ਗੱਡੀ ਤੁਸੀਂ ਦੇਖੋ, ਜਿੰਨੀਆਂ ਰੇਲ ਗੱਡੀਆਂ ਦੇ ਟਾਈਮ ਆ 2-3 ਸਾਰੇ ਭਰੇ ਆਉਂਦੇ ਆ ਤੇ ਭਰੇ ਜਾਂਦੇ ਆ ਇੱਧਰੋਂ। ਘਟਣ ਦੀ ਕੋਈ ਸਵਾਲ ਨਹੀਂ, ਚੜ੍ਹਦੀ ਕਲਾ ਚ ਪੂਰਾ ਜੀ ਜੀ ਜੀ। ਮੈਂ ਉਸੇ ਗੱਲ ਦੇ ਉੱਤੇ ਆਉਣ ਲੱਗਿਆ ਸੀਗਾ ਕਿਉਂਕਿ 6 ਮਹੀਨੇ ਤੁਹਾਨੂੰ ਹੁਣ ਉੱਥੇ ਬੈਠਿਆਂ ਨੂੰ ਹੋ ਗਏ ਹੈ। ਪਹਿਲਾਂ ਤਾਂ ਇਕੱਲੇ ਕਿਸਾਨ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ ਤੇ ਇਹੀ ਕਹਿ ਦਿੱਤਾ ਜਾਂਦਾ ਸੀ ਕਿ ਫਸਲ ਦੀ ਜਿਹੜੀ ਹੈ ਬਿਜਾਈ ਜਾਂ ਵਾਢੀ ਉਦੋਂ ਮੁੜਨਾ ਪਏਗਾ। ਸੋ ਪਰ ਹੁਣ ਜਦੋਂ 6 ਮਹੀਨਿਆਂ ਦੀ ਗੱਲ ਆ ਜਾਂਦੀ ਹੈ ਤਾਂ ਘਰਾਂ ਦੇ ਵਿੱਚ ਬਹੁਤ ਹੋਰ ਵੀ ਕੰਮ ਹੁੰਦੇ ਆ। ਕਈ ਵਾਰੀ ਕਿਸੇ ਦੇ ਘਰ ਦੇ ਵਿੱਚ ਕਹਿ ਲਓ ਕਿ ਵਿਆਹ ਵੀ ਰੱਖਿਆ ਹੋ ਸਕਦਾ ਤੇ ਕਿਸੇ ਦੇ ਕੋਈ ਦੁੱਖ ਵੀ ਆ ਸਕਦਾ, ਕੋਈ ਵੀ ਇੱਦਾਂ ਦੀ ਘੜੀ ਵੀ ਹੋ ਸਕਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਜਿਹੜਾ ਹੈ ਆਪਸ ਦੇ ਵਿੱਚ ਸਹਿਯੋਗ ਬਣਾਇਆ ਜਾ ਰਿਹਾ ਹੈ ਜੀ? ਦੇਖੋ, ਇੱਕ ਤਾਂ ਹੈਗਾ ਬਹੁਤ ਸਾਰੇ ਸਾਡੇ ਮਤਲਬ ਇਹੋ ਜਿਹੇ ਕਿਸਾਨਾਂ ਦੀ ਕੁਰਬਾਨੀ ਹੈਗੀ ਵੀ ਕੁਛ ਬੰਦੇ ਜੇ ਕੁਛ ਇਹੋ ਜਿਹੇ ਕੰਮ ਆ ਜਿਹੜੇ ਉਹਨਾਂ ਦੇ ਪਿੱਛੇ ਵੀ ਪਾਏ ਆ ਵੀ ਕੋਈ ਗੱਲ ਨਹੀਂ, ਆ 1 ਮਹੀਨਾ ਮਗਰੋਂ ਹੋਣ ਵਾਲਾ ਕੰਮ ਹੈ, ਜੇ ਹੋਰ ਕਰ ਲਾਂਗੇ ਕੋਈ ਗੱਲ ਨਹੀਂ ਯਾਰ ਜੀ।
ਕੁਛ ਕੰਮਾਂ ਦੀਆਂ ਜਾਣੀ ਆਈ ਦੂਜੇ ਨੇ ਜ਼ਿੰਮੇਵਾਰੀਆਂ ਚੱਕੀਆਂ। ਪਿੰਡਾਂ ਨੇ ਜਾਣੀ ਜਿਹੜੇ ਬੰਦੇ ਮੋਰਚੇ 'ਚ ਬੈਠੇ ਉਹਨਾਂ ਦਾ ਕੋਈ ਖੇਤੀ ਦਾ ਕੰਮ ਹੈ ਜਾਂ ਕੋਈ ਉਹਨਾਂ ਦਾ ਹੋਰ ਘਰੇਲੂ ਕੰਮ ਹੈ, ਉਹ ਕੰਮ ਉੱਠ ਰਹੇ ਆ। ਪਿੰਡਾਂ ਦੀਆਂ ਕਮੇਟੀਆਂ ਬਣ ਕੇ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਤੇ ਸਗੋਂ ਉਹਨਾਂ ਦੇ ਜਿਹੜੇ ਮੋਰਚੇ 'ਚ ਬੈਠੇ ਕਿਸਾਨ ਅੰਦੋਲਨਕਾਰੀ ਉਹਨਾਂ ਦੇ ਹੌਸਲੇ ਹੋਰ ਵੱਧ ਰਹੇ ਆ। ਆਏ ਕੋਈ ਦਿੱਕਤਾਂ ਨਹੀਂ ਆ ਰਹੀਆਂ ਜੀ। ਹਾਂ, ਦੂਜੇ ਪਾਸੇ ਸਾਡੇ ਤਾਂ ਪਹਿਲਾਂ ਵੀ ਸਾਡੀ ਜਥੇਬੰਦੀ ਦਾ ਤਜਰਬਾ ਹੈਗਾ ਵੀ ਫਸਲਾਂ ਜਦੋਂ ਅਸੀਂ ਇਸ ਗੇਟ 'ਚ ਆ ਜਾਂਦੇ ਹਾਂ ਕੋਈ ਦਿੱਕਤਾਂ ਨਹੀਂ ਬਣਦੀਆਂ ਸਾਡੇ। ਦੋ ਮੈਂ ਤੁਹਾਨੂੰ ਦੇਣਾ ਚਾਹੂੰਗਾ, ਜਦੋਂ 2004 ਦੇ ਵਿੱਚ ਮਾਨ ਵਾਲੇ ਸਟੇਸ਼ਨ ਤੇ ਗੋਲੀ ਚੱਲੀ ਹੈ, ਬਿਜਲੀ ਬਿੱਲਾਂ ਦਾ ਮਾਮਲਾ, ਕੈਪਟਨ ਸਰਕਾਰ ਨਾਲ ਲੜਾਈ ਚੱਲਦੀ ਸੀ ਜੀ। 7 ਅਪ੍ਰੈਲ ਨੂੰ ਅਸੀਂ ਉਹ ਬਾਕੀਪੁਰ ਦਾ ਕਿਸਾਨ ਸੀਗਾ ਸਾਡਾ ਨੌਜਵਾਨ ਅੰਗਰੇਜ਼ ਸਿੰਘ ਸ਼ਹੀਦ ਹੋ ਗਿਆ ਸੀ ਜੀ। 7 ਅਪ੍ਰੈਲ ਨੂੰ ਦਾ ਭੋਗ ਸਮਾਗਮ ਕੀਤਾ। ਉਸ ਤੋਂ ਬਾਅਦ ਘੋਲ ਤੇਜ਼ ਕੀਤਾ, ਪੂਰਾ ਵਾਢੀ ਦਾ ਜੋਰ ਸੀ ਜੀ। ਵਾਢੀ ਦੇ ਚੋਰ 'ਚ ਘੋਲ ਚਲਾ ਕੇ ਕੈਪਟਨ ਸਰਕਾਰ ਨੂੰ ਨਿਭਣਾ ਪਿਆ ਸੀ। ਉਹ ਬਿਜਲੀ ਦੇ ਲਾਏ ਹੋਏ ਬਿੱਲ ਖੇਤੀ ਮੋਟਰਾਂ ਦੇ ਵਾਪਸ ਲੈਣੇ ਪਏ ਸੀ ਜੀ। ਆਈ ਆ ਪਿਛਲੇ ਸਾਲਾਂ 'ਚ ਤੁਸੀਂ ਦੇਖੋ ਕਿਸਾਨ ਆਗੂ ਧਨੇਰ ਨੂੰ ਸੁਪਰੀਮ ਕੋਰਟ ਨੇ ਜਿਹੜੀ ਸਜ਼ਾ ਬਰਕਰ ਰੱਖਤੀ ਸੀ ਉਮਰ ਦੀ, ਉਦੋਂ ਦੋਨੇ ਫਸਲਾਂ ਝੋਨੇ ਦੀ ਫਸਲ ਸਾਂਭੀ। ਉਹਨਾਂ ਦੇ ਵਿੱਚ ਦੇਖੋ ਅਕਤੂਬਰ ਤੋਂ ਉਹ ਘੋਲ ਸ਼ੁਰੂ ਹੋਇਆ, ਸਾਰਾ ਅੱਧੇ ਨਵੰਬਰ ਤੱਕ ਚੱਲਿਆ। ਇਹ ਪੂਰੇ 1.5 ਮਹੀਨੇ ਦੇ ਵਿੱਚ ਜਾਣੀ ਝੋਨਾ ਪਹਿਲਾਂ ਸਾਂਭਿਆ, ਵੱਢ ਵਢਾਈ ਕਰ ਲਈ ਤੇ ਅਗਲੀ ਫਸਲ ਬਿਜਾਈ ਕਰੀ ਜੀ। ਲੋਕ ਨਹੀਂ ਡੋਲੇ, ਅਖੀਰ ਨੂੰ ਮਤਲਬ ਉਹ ਘੋਲ ਜਿੱਤ ਕੇ ਆਇਆ ਵੀ ਇਹ ਗੱਲਾਂ ਨਹੀਂ ਫਰਕ ਪਾਉਂਦੀਆਂ। ਸਾਡੀ ਜਨਤਾ ਸਾਡੀ ਜਿਹੜੀ, ਕਿਉਂਕਿ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਵੀ ਆਹ ਜਿਹੜੇ ਕੰਮਾਂ ਦੀ ਗੱਲ ਕਰਦੇ ਹਾਂ ਆਪਾਂ, ਫਸਲਾਂ ਦੀ ਗੱਲ ਕਰਦੇ ਹਾਂ, ਇਹ ਰਹਿਣਾ ਹੀ ਨਹੀਂ, ਇਹਨੂੰ ਤਾਂ ਬਚਾਉਣ ਦੀ ਲੜਾਈ ਹੈ। ਇਸ ਕਰਕੇ ਜੇ ਇਹ ਰੱਖਣੇ ਆ ਇੱਥੇ ਮਾੜੇ ਮੋਟੇ ਹਰਜੇ ਚੱਲਣ ਲਈ ਹੋ ਜਾਓ ਤਿਆਰ, ਕੋਈ ਗੱਲ ਨਹੀਂ। ਜੇ ਥੋੜਾ ਬੜਾ ਫਰਕ ਸ਼ਰਕ ਰਹਿ ਜੂ ਉਧਰ ਜਮਾ ਜਾਣ ਨਾਲ ਤਾਂ ਬਚਾ ਲਾਂਗੇ, ਜੇ ਆਪਾਂ ਘੋਲ ਜਿੱਤ ਲਾਂਗੇ ਤਾਂ ਇਹ ਹੱਲੇ ਨੂੰ ਰੋਕ ਲਾਂਗੇ ਤਾਂ ਜੀ। ਇਸ ਕਰਕੇ ਕੋਈ ਅਸਰ ਨਹੀਂ ਪੈਂਦਾ ਇਹਨਾਂ ਗੱਲਾਂ ਦਾ। ਲੋਕ ਸੈੱਟਾਂ ਕਰ ਲਈਆਂ, ਸਾਰੀਆਂ ਸਿਸਟਾਂ ਬਣੀਆਂ ਹੋਈਆਂ, ਆਈ ਕੰਮਾਂ ਧੰਦਿਆਂ ਦਾ ਸਭ ਸੈੱਟ ਕਰੀ ਜਾਂਦੇ, ਕੋਈ ਕਿਸੇ ਕਿਸਮ ਦਾ ਦਿੱਕਤ ਨਹੀਂ ਆਉਂਦੀ ਜੀ ਜੀ। ਇਸੇ ਦੌਰਾਨ ਆਪਾਂ ਰਾਸ਼ਨ ਪਾਣੀ ਦੀ ਵੀ ਗੱਲਬਾਤ ਕਰ ਲਈਏ, ਕਿਵੇਂ ਅਰੇਂਜਮੈਂਟ ਵਗੈਰਾ ਸਾਰਾ ਕਿਵੇਂ ਚੱਲ ਰਿਹਾ ਹੈ? ਕਿਉਂਕਿ 6 ਮਹੀਨੇ ਕਿਹਾ ਜਾਂਦਾ ਸੀਗਾ ਤੇ 6 ਮਹੀਨੇ ਤਾਂ ਹੋ ਗਏ ਆ, ਸੋ ਹੁਣ ਕਿਵੇਂ ਦਾ ਇਸ ਟਾਈਮ ਹਾਲ ਚੱਲ ਰਿਹਾ? ਜੇ ਆਪਾਂ ਕਹੀਏ ਕਿ ਲੰਬਾ ਵੀ ਹੁਣ ਇਹ ਹੋ ਗਿਆ ਜੀ, ਹੁਣ ਇਹ ਹੋ ਗਿਆ ਜੀ, ਸਾਡੀ ਇਹ ਮੌਜੂਦ ਬਣ ਗਈ। ਪਿਛਲੇ ਦਿਨਾਂ ਦੇ ਵਿੱਚ ਸਾਨੂੰ ਆਟੇ ਦਾ ਪੂਰਾ ਟਰੱਕ ਭਰਿਆ ਸਾਡੀ ਜਥੇਬੰਦੀ ਨੂੰ, ਖਰਾਬ ਹੋ ਰਿਹਾ ਸੀ, ਵੇਚਣਾ ਪਿਆ। ਅੱਛਾ ਜੀ। ਕੱਲ ਹੀ ਇੱਕ ਸਾਡੇ ਕੋਲੇ ਹਾਂਜੀ ਰਾਸ਼ਨ ਉਦੋਂ ਵੱਧ ਗਿਆ, ਜਿਹੜਾ 6 ਮਹੀਨੇ ਵਾਲਾ ਲੈ ਕੇ ਆਏ ਸੀ ਸਾਨੂੰ ਵਰਤਣ ਦਾ ਮੌਕਾ ਹੀ ਨਹੀਂ ਦਿੱਤਾ ਲੋਕਾਂ ਨੇ। ਰਾਸ਼ਨ ਤਾਂ ਸਮਾਜ ਸੇਵੀ ਸੰਸਥਾਵਾਂ, ਪਿੰਡਾਂ ਦੇ ਲੋਕ ਜਿਹੜੀ ਇੱਥੇ ਢੇਰ ਲਾਏ ਪਏ ਆ। ਕੱਲ ਦੀ ਉਦਾਹਰਨ ਨਹੀਂ ਤੁਹਾਨੂੰ ਦੇ ਦੇਣਾ, ਸਾਡੇ ਕੋਲ ਇੱਕ ਸਮਾਜ ਸੇਵੀ ਬੰਦਾ ਆਇਆ ਰਾਣਾ, ਉਹਦਾ ਵੱਡਾ ਕਾਰੋਬਾਰ ਸੀ ਪਹਿਲਾਂ, ਉਹਨੇ ਸ਼ਾਇਦ ਤੁਸੀਂ ਸੁਣਿਆ ਹੋਵੇ ਉਹਦੇ ਬਾਰੇ, ਉਹਨੇ ਇੰਟਰਵਿਊਆਂ ਵੀ ਦਿੱਤੀਆਂ ਜੀ। ਉਹਦਾ ਕਰੋੜਾਂ ਦਾ ਹੋਟਲ ਦਾ ਕੰਮ ਬੰਦ ਕਰਕੇ ਸਮਾਪਤ ਹੋਇਆ। ਉਹ ਕੱਲ ਸਾਡੇ ਕੋਲ ਆਇਆ ਵੀ ਦੱਸੋ ਜੀ, ਅਸੀਂ ਇੱਕ ਤਾਂ ਮੈਂ ਰੋਜ਼ ਆਟੇ ਦਾ ਟਰੱਕ ਵੰਡ ਕੇ ਜਾਇਆ ਕਰੂੰਗਾ। ਅੱਛਾ ਜੀ। ਇੱਕ ਪਾਣੀ ਦਾ, ਇੱਥੇ ਤੁਹਾਡੇ ਆਰਓ ਸਿਸਟਮ ਲਾ ਦਿੰਦੇ ਆ ਪਾਣੀ ਦੇ। ਅਸੀਂ ਉਹਨੂੰ ਇਹ ਜ਼ੋਰ ਨਾਲ ਰੋਕਿਆ ਵੀ ਆਟਾ ਨਹੀਂ ਅਸੀਂ ਲੈਣਾ, ਕੱਲਾ ਪਾਣੀ ਵੰਡਦਾ ਕਰੋ। ਪਾਣੀ ਦੀ ਸਮੱਸਿਆ ਜ਼ਰੂਰ ਕਿਉਂਕਿ ਗਰਮੀ 'ਚ ਆ ਸਕਦੀ ਆ, ਉਹਦੇ ਚੰਗਾ ਪਾਣੀ ਮਿਲੇ, ਜੇ ਸੋਧਿਆ ਪਾਣੀ ਮਿਲੇ, ਇਹ ਗੱਲ ਹੈਗੀ ਹੈ। ਉਹ ਬਾਰ-ਬਾਰ ਸਾਡੇ ਨਾਲ ਕੱਲ ਸਾਰਾ ਦਿਨ ਉਹਦੇ ਨਾਲ ਬਹਿਸ ਚੱਲੀ ਵੀ ਭਾਈ ਨਾ ਆਟੇ ਦਾ ਟਰੱਕ ਤਾਂ ਮੈਂ ਲੈ ਕੇ ਆਊਂ। ਅਸੀਂ ਕਿਹਾ ਵੀ ਆਟੇ ਦਾ ਟਰੱਕ ਨਹੀਂ ਲੈਣਾ, ਕਿਉਂਕਿ ਕਾਰਨ ਇਹਦਾ ਇਹ ਹੈ, ਇਹ ਕਿਉਂ ਖਰਾਬ ਹੋਏ, ਲੋੜ ਹੋਈ ਅਸੀਂ ਲਗਾ ਲਾਂਗੇ, ਸਾਡੇ ਕੋਲ ਪਹਿਲਾਂ ਵਾਧੂ ਪਿਆ। ਤੇ ਨਾਲ ਤੀਜੀ ਗੱਲ ਹੈ, ਜੇ ਇਹ ਵਾਧੂ ਚੀਜ਼ ਹੈ ਤੁਸੀਂ ਫ੍ਰੀ ਵੰਡੋਗੇ, ਸਾਡੇ ਲੋਕਾਂ ਦੀ ਹੈਗਾ ਆਦਤ ਵਿਗਾੜਦੀ ਹੈ। ਜਿਵੇਂ ਕੋਈ ਤੁਰਿਆ ਜਾਂਦੀ ਕਹਿੰਦਾ ਮੁਕਤਸਰ ਦਾ ਹੀ ਮਿਲ ਜਾ ਯਾਰ ਲੈ ਲਓ ਜੀ, ਸੋ ਸਬਰ ਸੰਤੋਖ ਵਾਲਾ ਸਾਡੇ ਚੱਲੇ ਵੀ ਨਹੀਂ ਯਾਰ, ਲੋੜਵੰਦਾ ਤੱਕ ਜਾਵੇ, ਵਾਧੂ ਨਾ ਲਓ ਜੀ। ਇਹਦੇ ਬਾਵਜੂਦ ਅੱਜ ਤੜਕੇ ਉਹਨੇ ਪਾਣੀ ਦੇ ਕੈਂਪਰ ਵੀ ਭੇਜਿਆ 150। ਅੱਛਾ ਜੀ। ਆਟੇ ਦਾ ਟਰੱਕ ਫੇਰ ਲੈ ਆਇਆ, ਆਟੇ ਦਾ ਟਰੱਕ ਫੇਰ ਲਿਆ। ਅਸੀਂ ਕਿਹਾ ਯਾਰ ਚੱਲ ਲਵਾਉਣਾ ਨਹੀਂ, ਫਿਰ ਗੁੱਸੇ ਹੋ ਗਏ, ਹਾਰ ਕੇ ਅਸੀਂ ਲਵਾਇਆ ਵੀ ਕੋਈ ਨਹੀਂ ਭਾਈ, ਅਸੀਂ ਆਪ ਵੰਡਾਂਗੇ। ਫਿਰ ਕਹਾਂ ਜਾ ਕੇ ਉਹਨਾਂ ਨੂੰ ਕਹਾਂਗੇ ਭਾਈ ਲੋਕਾਂ ਨੂੰ, ਜੇ ਬੰਦੇ ਦੀ ਐਡੀ ਭਾਵਨਾ ਹੈ ਤੁਸੀਂ ਇਹ ਵਰਤੋ, ਆਪਦੇ ਵਾਲਾ ਇੱਧਰ ਉੱਧਰ ਕਰਕੇ ਮਗਰੋਂ ਵਰਤ ਲਿਓ, ਉਹਨੂੰ ਸਾਂਭ ਸੰਭਾਲ ਦਾ ਹੋਰ ਪ੍ਰਬੰਧ ਕਰ ਲਓ ਕੋਈ। ਯਾਨੀ ਆਏ ਕਿਸੇ ਰਾਸ਼ਨ ਦਾ ਤੋੜਾ ਨਹੀਂ, ਕਿਸੇ ਚੀਜ਼ ਦਾ ਤੋੜਾ ਨਹੀਂ, ਇਹ ਕੋਈ ਮਾਮਲਾ ਨਹੀਂ। ਇਹ ਵੀ 6 ਮਹੀਨੇ ਹੋ ਗਏ ਤਾਂ ਹੁਣ ਕੀ ਹੋਊਗਾ? ਤੁਸੀਂ ਦੇਖ ਲਓ ਕਿੰਨੀ ਗਰਮੀ ਹੈ ਇੱਥੇ। ਅਸੀਂ ਹਜੇ ਘਰਾਂ 'ਚ ਸਾਡੇ ਤੋੜਾ ਪੈ ਜਾਂਦਾ। ਮੇਰੇ ਮੈਂ ਆਪਦੀ ਜ਼ਿੰਦਗੀ ਹਕੀਕਤ, ਆਪਦੀ ਨਿੱਜੀ ਹਕੀਕਤ ਕਹਾਂ, ਮੈਂ ਪਿਛਲੇ ਦਿਨੀ 4 ਦਿਨ ਪਿੰਡ ਲਾ ਕੇ ਆਇਆ। ਘਰ ਦੁੱਧ ਦਾ ਤੋੜਾ ਸੀਗਾ, ਚਾਹ ਮਸਾਂ ਮਿਲਦੀ ਸੀ, ਇੱਥੇ ਨਾਲ ਦੁੱਧ ਵੀ ਪੀਣ ਦਾ ਪੀਣ ਨੂੰ ਯਾਨੀ ਪਿੰਡਾਂ ਦੇ ਪਿੰਡ ਦੁੱਧ ਲੋਕ ਇਸ ਗੱਲੋਂ ਜਾਨੀ ਬਹੁਤ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਹੈ ਜੀ। ਜਿਹੜਾ ਇਹ ਆਸ ਵੱਝਦੀ ਹੈ ਇਸ ਤੋਂ ਵੀ ਇਹ ਕੋਈ ਮਾਈ ਦਾ ਲਾਲ ਸਾਡੇ ਘੋਲ ਨੂੰ ਹਰਾ ਨਹੀਂ ਸਕਦਾ। ਠੀਕ ਹੈ, ਤਾਕਤ ਵੱਡੀ ਦਾ ਵੱਡਾ ਮੱਥਾ ਲੱਗਿਆ ਹੋਇਆ, ਲੰਮਾ ਚੱਲੂਗਾ ਇਹ ਜੀ ਜੀ। ਸੋ ਗਰਮੀਆਂ ਦੀ ਗੱਲ ਤੁਸੀਂ ਆਪ ਹੀ ਕਰ ਦਿੱਤੀ, ਮੈਂ ਉਸ ਤੇ ਆਉਣਾ ਵੀ ਸੀਗਾ। ਸੋ ਗਰਮੀਆਂ ਨੂੰ ਲੈ ਕੇ ਕੋਈ ਖਾਸ ਤਿਆਰੀ ਵੀ ਕੀਤੀ ਗਈ ਹੈ? ਖਾਸ ਕਰਕੇ ਮੈਂ ਜਿਹੜੇ ਉੱਥੇ ਨੌਜਵਾਨ ਪੀੜ੍ਹੀ ਹੋਊਗੀ, ਮੇਰੇ ਵਰਗੇ ਜਿਹੜੇ ਹੈਗੇ ਮੇਰੀ ਉਮਰ ਦੇ, ਜਾਂ ਫਿਰ ਕਈ ਤਾਂ ਮੇਰੇ ਖਿਆਲ ਮੇਰੇ ਤੋਂ ਵੀ ਛੋਟੇ ਹੈਗੇ ਉਮਰਾਂ ਵਾਲੇ ਇੱਥੇ ਹੈਗੇ ਆ ਜੀ।
ਹਾਂ ਜਸਪ੍ਰੀਤ ਜੀ ਤੁਹਾਡੀ ਉਮਰ ਦੱਸ ਹੀ ਦਿਓ ਫਿਰ ਮੈਂ ਤੁਹਾਨੂੰ ਲਾ ਦੂੰ ਜੀ ਜੀ ਮਤਲਬ ਬਸ ਤੁਸੀਂ ਲਾ ਲਓ ਸਾਹਿਬ ਵੀ ਆਹੀ ਵੀ ਹਜੇ ਤੱਕ ਕੁਆਰੇ ਹੈ ਜੀ ਤੁਸੀਂ ਉਸ ਅੱਛਾ ਨੌਜਵਾਨ ਹੋ ਫਿਰ ਜੀ 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 ਹਾਂਜੀ ਹਾਂਜੀ ਜੀ ਹਾਂ ਦੇਖੋ ਇਹ ਨੌਜਵਾਨੀ ਬਹੁਤ ਡਟੀ ਹੋਈ ਹੈ, ਪੂਰੇ ਹੌਸਲੇ 'ਚ ਹੈ, ਕਿਉਂਕਿ ਨੌਜਵਾਨਾਂ ਨੂੰ ਵੀ ਇੱਕ ਹਿੱਸੇ ਨੂੰ ਇਹ ਜੱਟ ਗਿਆ ਵੀ ਯਾਰ ਸਾਡੀ ਜ਼ਿੰਦਗੀ ਤਾਂ ਇੱਧਰ ਹੀ ਆ ਹੁਣ, ਨਹੀਂ ਤਾਂ ਜ਼ਿੰਦਗੀ ਖਤਰੇ ਜਾਂ ਭਵਿੱਖ ਖਤਰੇ 'ਚ ਅਗਲਿਆਂ ਨੂੰ ਦਿਸ ਗਿਆ ਸਾਰੀ ਗੱਲ। ਜੱਟ ਕੇ ਡਟੇ ਹੋਇਆ ਸੇਵਾ ਭਾਵਨਾ ਉਹਨਾਂ ਦੀ ਇੰਨੀਆਂ ਸਫਾਈਆਂ ਕਰਦੇ ਆ, ਵੰਡ ਵੰਡਾਈ ਕਰਦੇ ਆ, ਆਪ ਹੀ ਮੁੰਡਿਆਂ ਨੇ ਚੱਕ ਕੇ ਅਖਬਾਰ ਵੰਡਣ ਦਾ ਕੰਮ ਲਿਆ ਹੋਇਆ ਜੀ, ਸਾਈਕਲਾਂ ਤੇ ਅਖਬਾਰ ਵੰਡਦੇ ਆ। ਹੋਰ ਇੱਧਰੋਂ ਸਾਡਾ ਜਥੇਬੰਦੀਆਂ ਦਾ ਕੋਈ ਲਿਖਤੀ ਉਹੋ ਜਿਹਾ ਮੈਟਰ ਆ ਜਾਂਦਾ ਉਹਨੂੰ ਵੰਡਣਾ ਹੈ। ਤੇ ਨੌਜਵਾਨਾਂ ਨੇ ਸਾਡੇ ਨਾਲ ਹੀ ਦਫ਼ਤਰ ਦੇ ਨੌਜਵਾਨ ਸੱਥ ਬਣਾਈ ਹੈ, ਉੱਥੇ ਨੌਜਵਾਨ ਰੋਜ਼ ਆਥਰੇ ਨਾਟਕ ਕਰਦੇ ਆ, ਕਦੇ ਕੋਈ ਫਿਲਮ ਦੇਖਦੇ ਆ, ਕਦੇ ਆਪਣੀ ਚਰਚਾ ਕਰਦੇ ਆ, ਕਦੇ ਕੋਈ ਹੋਰ ਕਿਸੇ ਦੇ ਜਾਨੀ ਰੋਜ਼ ਆਏ ਤਾਂ ਨੌਜਵਾਨ ਤਾਂ ਉਦੋਂ ਵੀ ਬਹੁਤ ਉਤਸ਼ਾਹ ਦੇ ਵਿੱਚ ਹੈ ਜੀ, ਚੰਗਾ ਸੁਨੇਹਾ ਹੈ ਜਾਨੀ ਬਹੁਤ ਸੁਨਹਿਰੀ। ਤੇ ਸਾਡੇ ਵਾਸਤੇ ਤਾਂ ਕਿਉਂਕਿ ਅਸੀਂ ਤਾਂ ਇਹ ਸਾਡੀਆਂ ਤਾਂ ਅੱਖਾਂ ਪਕੜੀਆਂ ਸੀ, ਸਾਡੀ ਜਿਹੜੀ ਸੂਬਾ ਲੀਡਰਸ਼ਿਪ ਆ ਸਾਰੀ 60 ਤੋਂ ਉੱਪਰ ਹੈ, 70 ਦੇ ਨੇੜੇ ਤੇੜੇ ਹੈ। ਸਭ ਤੋਂ ਛੋਟੀ ਉਮਰ ਦਾ ਮੈਂ ਹੀ ਹੈ ਜਿਹੜਾ ਕਿ ਮੇਰੀ ਵੀ 61 ਸਾਲ ਦੀ ਉਮਰ ਹੈ ਹੁਣ। ਅੱਛਾ ਜੀ। ਤੇ ਸਗੋਂ ਸਾਨੂੰ ਸਾਨੂੰ ਤਾਂ ਸਗਾ ਐਂ ਸੀਗਾ ਵੀ ਜੇ ਜਵਾਨੀ ਨਹੀਂ ਆਉਂਦੀ ਸਰਕਾਰ ਕੁਛ ਹੀ ਨਾ ਕਰੇ, ਜੇ ਸਾਡੇ ਵਾਰਸ ਨਹੀਂ ਆਉਂਦੇ ਸਰਕਾਰ ਇਹ ਆਟੋਮੈਟਿਕਲੀ ਜਥੇਬੰਦੀ ਖਤਮ ਹੋ ਜੂਗੀ ਜੀ। ਤੇ ਹੁਣ ਸਾਡੀਆਂ ਅੱਖਾਂ ਚਮਕ ਆਈਆਂ, ਆਸਾਂ ਵੱਜ ਗਈਆਂ ਵੀ ਹੁਣ ਪਰਵਾਹ ਹੀ ਨਹੀਂ ਕੋਈ, ਹੁਣ ਅਸੀਂ ਸਮਝਿਆ ਜ਼ਿੰਦਗੀ ਸਫਲ ਹੋ ਜੀ ਭਾਵੇਂ ਅੱਜ ਲੱਗ ਜੇ ਸਗਾ ਲੇਖੇ। ਤੇ ਸਾਡੇ ਵਾਰਸ ਆ ਗਏ ਸਾਂਭਣ ਵਾਲੇ, ਨੌਜਵਾਨੀ ਆਈ ਹੋਈ ਹੈ ਪੂਰੇ ਜੋਸ਼ ਨਾਲ, ਬੜੇ ਉਹਨਾਂ ਨੇ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ, ਬੜੀ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਆ ਜੀ। ਬਿਲਕੁਲ ਜੀ। ਇਸ ਦੌਰਾਨ ਮੈਂ ਭਾਈਚਾਰਕ ਉੱਥੇ ਜਿਹੜੀ ਏਕਤਾ ਤੇ ਸਾਂਝ ਪੈ ਰਹੀ ਹੈ ਨਵੇਂ, ਮੈਂ ਤਾਂ ਕਹੂੰਗਾ ਕਿ ਨਵੀਆਂ ਸਾਂਝਾਂ ਉੱਥੇ ਪੈਦਾ ਹੋ ਰਹੀਆਂ ਨੇ, ਜਿਵੇਂ ਕਹਿ ਲਓ ਕਿ ਪਿੰਡਾਂ ਦੇ ਪਿੰਡ ਆਪਸ ਦੇ ਵਿੱਚ ਰਲੀ ਮਿਲੀ ਜਾਂਦੇ ਆ, ਤੇ ਹਰਿਆਣੇ ਵਾਲੇ ਪੰਜਾਬ ਦੀ ਭਾਸ਼ਾ ਸਿੱਖੀ ਜਾਂਦੇ ਆ, ਪੰਜਾਬੀ ਉੱਥੇ ਹਰਿਆਣਵੀ ਸਿੱਖੀ ਜਾਂਦੇ ਆ। ਸੋ ਉੱਥੇ ਜਿਹੜੀ ਭਾਈਚਾਰਕ ਸਾਂਝ ਕ੍ਰੀਏਟ ਹੋ ਰਹੀ ਹੈ, ਕਿਉਂਕਿ ਪਹਿਲਾਂ ਜਦੋਂ ਨਵੀਂ ਗੱਲਬਾਤ ਸ਼ੁਰੂ ਹੋਈ ਸੀ ਉਦੋਂ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਚਾਅ ਸੀਗਾ। ਸੋ ਇਸ ਮੌਜੂਦਾ ਸਮੇਂ ਮੇਰਾ ਖਿਆਲ ਕੋਈ 6 ਮਹੀਨਿਆਂ ਦੇ ਵਿੱਚ ਤਾਂ ਭਾਸ਼ਾ ਸਿੱਖ ਵੀ ਗਏ ਹੋਣੇ ਆ ਕਈ ਜਾਣੇ ਜੀ। ਇਹ ਹੋਰ ਬਹੁਤ ਪੱਕੀ ਹੋ ਗਈ। ਉਹਨਾਂ ਵੇਲਿਆਂ 'ਚ ਜੇ ਉਹ ਉਤਸ਼ਾਹ ਹੋਇਆ ਸੀ ਤਾਂ ਉਦੋਂ ਸਮੱਸਿਆਵਾਂ ਵੀ ਸੀਗੀਆਂ ਇੱਕ ਦੂਜੇ ਦੀ ਭਾਸ਼ਾ ਸਮਝਣ 'ਚ ਜੀ। ਹੁਣ ਇੱਕ ਦੂਜੇ ਦੀ ਭਾਸ਼ਾ ਸਮਝਦੇ ਆ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਜਾਂਦੇ। ਇੱਥੇ ਹੁਣ ਸਾਡੇ ਚੌ ਪਿੰਡ ਤੋਂ ਔਰਤਾਂ ਦੇ ਕੈਂਪ ਦੇ ਵਿੱਚ ਇੱਕ ਉੱਥੇ ਔਰਤ ਸੀਗੀ, ਉਹਦੇ ਪੋਤਾ ਹੋਇਆ ਘਰੇ ਜੀ, ਉਹਨੇ ਇੱਥੇ ਨਿੰਮ ਬੰਨੇ ਉਹ ਕਲਚਰ ਜਾਨੀ ਨਾਲ। ਅੱਛਾ ਜੀ। ਉਹਨੂੰ ਹਰਿਆਣੇ ਦੀਆਂ ਔਰਤਾਂ ਵਧਾਈ ਦੇਣਾ ਜੀ ਜੀ। ਐਂ ਜਿਹੜੀ ਉਸ ਕਿਸਮ ਦੀ ਹੋਰ ਸਾਂਝ ਹੋ ਰਹੀ ਹੈ ਜੀ। ਐਂ ਤਾਂ ਕਮਾਲ ਦੀਆਂ ਜਿਹੜੀਆਂ ਭਾਈਚਾਰਕ ਸਾਂਝ ਆ ਸਭ ਤੋਂ ਵੱਧ ਦੂਜੇ ਧਰਮਾਂ ਤੋਂ, ਫਿਰਕਿਆਂ ਤੋਂ, ਬੋਲੀਆਂ ਤੋਂ ਉੱਪਰ ਉੱਠ ਕੇ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਜੋ ਸਾਡੇ ਐਂ ਕਹਿ ਲਈਏ ਜੇ ਗੁਰੂਆਂ ਪੀਰਾਂ ਨੇ, ਉਹਨਾਂ ਸਰਾਭਿਆਂ ਨੇ, ਭਗਤ ਸਰਾਭਿਆਂ ਨੇ ਸੁਪਨੇ ਲਏ ਸੀ ਵੀ ਜਾਂ ਬਾਬੇ ਗੋਬਿੰਦ ਸਿੰਘ ਨੇ ਮਾਨਸ ਕੀ ਜਾਤ ਸਭਾ ਇੱਕ ਪਹਿਚਾਣ ਦਾ ਨਾਅਰਾ ਦਿੱਤਾ ਸੀ ਵੀ ਅੱਜ ਮਾਨਸ ਦੀ ਜਾਤ ਇੱਕ ਪਛਾਣ ਕੇ ਤੇ ਉਹਨਾਂ ਦੀ ਜਿਹੜੀ ਇਹ ਸਾਂਝ ਬਣ ਰਹੀ ਹੈ। ਇਸ ਤੋਂ ਇਲਾਵਾ ਜੋ ਕਲਚਰ 'ਚ ਫਰਕ ਪੈ ਗਿਆ, ਹੁਣ ਕਿਸੇ ਵੇਲੇ ਸਾਡੇ ਜਥੇਬੰਦੀਆਂ ਦੇ ਝੰਡੇ ਲਾਉਣ ਨੂੰ ਐਂ ਜੇ ਮੰਨਦੇ ਸੀ ਸੰਗ ਜੀ, ਪੱਕੀ ਮਸਾ ਲਾਉਂਦੇ ਸੀ। ਹੁਣ ਜੇ ਕੁੜੀ ਮੁੰਡੇ ਦਾ ਵਿਆਹ ਹੈ, ਉਹ ਜੋੜੀ ਨੂੰ ਸਾਨੂੰ ਸਾਦੇ ਆ ਵੀ ਸਾਡੀ ਇਸ ਨਵੀਂ ਵਿਆਹੀ ਜੋੜੀ ਨੂੰ ਝੰਡਾ ਫੜਾ ਕੇ ਜਾਓ। ਪੈਲਸ ਤੇ ਜਾਂਦੇ ਆ, ਪੈਲਸ ਤੇ ਝੰਡਾ ਲੱਗਿਆ ਹੁੰਦਾ ਕਿਸਾਨ ਜਥੇਬੰਦੀ ਦਾ। ਜਦੋਂ ਲਾੜਾ ਉਹ ਜੰਨ ਚੜ੍ਹਦੀ ਆ ਉਹਦੇ ਤੇ ਮਾਣ ਮਹਿਸੂਸ ਕਰਦੇ ਆ ਵੀ ਝੰਡੇ ਲਾਓ ਜਥੇਬੰਦੀ ਦੇ। ਯਾਨੀ ਕੁੱਲ ਸੱਭਿਆਚਾਰ, ਕਲਚਰ, ਭਾਈਚਾਰਕ ਸਾਂਝ ਇਹ ਯਾਨੀ ਇੱਕ ਬਹੁਤ ਗੂੜੀ ਹੋ ਗਈ ਤੇ ਇੱਕ ਦੂਜੇ ਨੂੰ ਸਮਝ ਕੇ ਇੱਕ ਦੂਜੇ ਨੂੰ ਗਾਲਾਂ ਲੱਗ ਰਹੇ ਆ। ਮੈਂ ਕਮਾਲ ਮੰਨੀ ਵੀ ਇੱਥੇ ਸਾਡੇ ਇੱਕ ਸਾਂਝੀ ਬਣਾ ਲਈ। ਇੱਕ ਤੁਹਾਡੇ ਵਰਗਾ ਵੀਰ ਆਇਆ ਚੈਨਲ ਵਾਲਾ, ਉਹਨੇ ਇੰਟਰਵਿਊ ਹਰਿਆਣੇ ਵਾਲੇ ਵੀਰ ਵੀ ਇਕੱਠੇ ਕਰ ਲਏ ਤੇ ਇੱਧਰ ਪੰਜਾਬ ਵਾਲੇ, ਮੈਂ ਵੀ ਵਿੱਚ ਉਹਨਾਂ ਦੇ ਸੀਗਾ। ਉਹਨੇ ਇਹ ਸਵਾਲ ਖੜਾ ਕਰਤਾ, ਕਹਿੰਦਾ ਵੀ ਆਹ ਪਾਣੀਆਂ ਦਾ ਮੁੱਦਾ ਤੁਹਾਨੂੰ ਆਪ ਜੀ ਲੜਾਉਂਦੇ ਸੀ, ਇਹਦੇ ਕੀ ਬਣਿਆ? ਉਹ ਕਹਿੰਦੇ ਖਬਰਦਾਰ ਮਾਰ ਗੋਲੀ, ਉਹਨਾਂ ਦੀ ਸਿਆਸਤ ਅਸੀਂ ਸਮਝ ਗਏ, ਸਾਡਾ ਕੋਈ ਪਾਣੀਆਂ ਦਾ ਰੌਲਾ ਨਹੀਂ, ਇੱਕੋ ਗੱਲ ਹੈ ਹੁਣ ਇਹ ਕੋਈ ਨਹੀਂ, ਅਸੀਂ ਪਾਣੀ ਨਾਲ ਕਿ ਡੁੱਬਣਾ ਜੀ ਜੀ ਜੇ ਸਾਡੀ ਖੇਤੀ ਨਾ ਬਚੀ। ਯਾਨੀ ਇੱਥੋਂ ਬੋਲਦੇ ਆ, ਨਾਲ ਚੇਤਨਾ ਵੱਧ ਰਹੀ ਹੈ, ਸਾਂਝ ਵੱਧ ਰਹੀ ਹੈ। ਬਹੁਤ ਵਧੀਆ ਹੈ, ਬਹੁਤ ਵਧੀਆ ਹੈ। ਅਸੀਂ ਸਮਝਦੇ ਵੀ ਇਹੀ ਸਿਆਸੀ ਵੱਡੀ ਜਿੱਤ ਹੈ। ਕਾਨੂੰਨ ਤਾਂ ਦੇਖੋ ਜਦੋਂ ਆਏ ਨਹੀਂ ਸੀ ਉਦੋਂ ਕਿਹੜਾ ਅਸੀਂ ਸੌਖੇ ਸੀ, ਸੰਘਰਸ਼ 'ਚ ਉਦੋਂ ਵੀ ਸੀਗੇ। ਕਾਨੂੰਨ ਹੁਣ ਰੱਦ ਵੀ ਹੋ ਜਾਣਗੇ, ਹੋਏ ਪਏ ਆ, ਇੱਥੇ ਲਾਗੂ ਨਹੀਂ ਕੋਈ ਕਰ ਸਕਦਾ। ਮਾਈ ਦਾ ਲਾਲ ਕਾਗਜ਼ਾਂ ਜੋ ਮਰਜ਼ੀ ਪਿਆ ਰਹੇ ਤੇ ਪਰ ਲੜਾਈ ਤਾਂ ਫਿਰ ਵੀ ਜਾਰੀ ਹੈ। ਲੜਾਈ ਦੇ ਵਾਸਤੇ ਜੋ ਪੈਂਡਾ ਵੱਜ ਗਿਆ ਤੇ ਜੋ ਸਾਡਾ ਇਹਦਾ ਲੜਨ ਵਾਲੇ ਲੋਕਾਂ ਦਾ ਧੜਾ ਭਾਰੂ ਹੋ ਗਿਆ, ਇਹ ਆਉਣ ਵਾਲੇ ਲੁਟੇਰੀਆਂ ਹਾਕਮਾਂ ਨੂੰ ਬਾਰ-ਬਾਰ ਸੋਚਣਾ ਪਿਆ ਕਰਨਾ। ਇਹ ਵੱਡੀ ਸਿਆਸੀ ਜਿੱਤ ਜਾਂ ਵੱਡੀ ਪ੍ਰਾਪਤੀ ਹੋ ਸਕੀ ਹੈ। ਇਹ ਤਾਂ ਹੀ ਹੋਈ ਹੈ ਜੇ ਭਾਈਚਾਰਕ ਸਾਂਝ ਵਧੀ ਹੈ ਜੀ ਜੀ। ਸੋ ਇਸ ਦੌਰਾਨ ਮੈਂ ਇਹ ਵੀ ਪੁੱਛਣਾ ਹੁਣ ਚਾਹੂੰਗਾ ਕਿ ਜੋ ਹੈ ਅੱਜ ਦਾ ਤਾਂ ਰੋਸ ਮੁਜ਼ਾਹਰਾ ਕਰਨ ਦਾ, ਕਾਲਾ ਦਿਨ ਮਨਾਉਣ ਦੀ ਕਾਲ ਸੀਗੀ ਹੋਈ। ਸੋ ਇਸ ਤੋਂ ਇਲਾਵਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਰ
ਜਿਹੜੀਆਂ ਹੈਗੀਆਂ ਨੇ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਦਿਨਾਂ ਦਾ ਵੀ ਉਹ ਹਾਲ ਦੱਸ ਦਿਓ ਸਾਨੂੰ। ਦੇਖੋ ਜੀ, ਇਹ ਤਾਂ ਹੁਣ ਸੰਯੁਕਤ ਮੋਰਚੇ ਨੇ ਸਿਰ ਜੋੜ ਕੇ ਦੁਬਾਰਾ ਬੈਠਣਾ ਹੈ। ਅੱਛਾ ਜੀ। ਐਵੇਂ ਨਵੀਂ ਰਣਨੀਤੀ ਕੀ ਆਉਂਦੀ ਹੈ ਜੀ, ਤੇ ਇਹ ਸਾਫ਼ ਹੀ ਹੈ ਗੱਲ ਵੀ ਰਣਨੀਤੀਆਂ ਇਹੋ ਜਿਹੀਆਂ ਸਰਕਾਰ ਤੇ ਦਬਾਅ ਪਾਉਣ ਵਾਲਾ ਉਹ ਤਾਂ ਇਦੋਂ ਵੱਡਾ ਦਬਾਅ ਕੋਈ ਨਹੀਂ ਵੀ ਦਿੱਲੀ ਦੇ ਨੇ 5-6 ਬਾਰਡਰਾਂ ਤੇ ਇੰਨਾ ਲੰਮਾ ਤੇ ਸ਼ਾਂਤਮਈ ਨੂੰ ਵੱਧ ਜਾਬਤੇ ਵੱਧ ਜਾਬਤੇ ਵੱਧ ਇਹ ਘੋਲ ਚੱਲ ਜਾਣਾ ਇਹ ਛੋਟੀ ਗੱਲ ਨਹੀਂ। ਤੇ ਬਹੁਤ ਦਬਾਅ ਮੋਦੀ ਹੁਕੂਮਤ ਤੇ, ਜਿਹੜੀ ਮੋਦੀ ਹੁਕੂਮਤ ਸੀ ਐਂ ਦੇਖੋ ਵੀ ਪਿਛਲੇ ਉਹਦੇ ਕਦਮ ਪਏ ਹੈ, ਝੁਕਦੀ ਨਹੀਂ ਸੀ, ਕਹਿੰਦੇ ਸੀ ਇਹ ਤਾਂ ਗੱਲ ਹੀ ਨਹੀਂ ਸੁਣਦੇ ਕਿਸੇ ਦੀ। ਉਹ ਉਹਨਾਂ ਨੂੰ ਕਹਿਣਾ ਪੈ ਰਿਹਾ ਵੀ ਯਾਰ ਕੱਲਾ ਛੱਡ ਦਿਓ, ਜਿਵੇਂ ਤੁਸੀਂ ਆਖ ਦਿੱਤੇ ਵੀ ਹੋਰ ਜੋ ਮਰਜ਼ੀ ਕਰਾ ਲਓ ਜੀ, ਕੱਲੀ ਰੱਦ ਵਾਲੀ ਗੱਲ ਛੱਡ ਦਿਓ ਵੀ ਇੰਨਾ ਪਿੱਛੇ ਮੁੜੇ ਹੈ। ਇਹ ਕਿਹੜਾ ਛੋਟੀ ਗੱਲ ਹੈ। ਇਹਦੇ ਬਾਵਜੂਦ ਵੀ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਸਿਰ ਜੋੜਨੇ ਆਉਂਦੇ ਦਿਨਾਂ ਚ ਆਉਂਦੇ ਰਹਿਣਗੇ। ਜਿਹੋ ਜਿਹੀਆਂ ਨਵੀਆਂ ਨੀਤੀ ਇਹ ਕੋਈ ਰਣਨੀਤੀਆਂ ਘੜੀਆਂ ਜਾਣਗੀਆਂ ਤੇ ਉਹ ਚੱਲੀ ਜਾਣਾ। ਉਸ ਤੋਂ ਵੱਡੀ ਰਣਨੀਤੀ ਤਾਂ ਇਹ ਹੈਗੀ ਹੈ ਵੀ ਇਹਨਾਂ ਨੂੰ ਸਿਆਸੀ ਖੋਰਾ ਲਾਉਣ ਵਾਸਤੇ, ਜਿਵੇਂ ਪੰਜਾਬ ਤੇ ਹਰਿਆਣਾ ਤਾਂ ਹੋ ਗਿਆ, ਦੇਖੋ ਟੱਲੀ ਇੱਥੇ ਤਾਂ ਭਾਜਪਾ ਵਾਲਾ ਪੱਤਾ ਸਾਫ਼ ਹੈ। ਹਾਂਜੀ ਹਾਂਜੀ। ਹੁਣ ਸਾਡੇ ਨਿਸ਼ਾਨੇ ਤੇ ਅਗਲਾ ਨਿਸ਼ਾਨਾ ਸਾਡਾ ਹੈਗਾ ਯੂਪੀ, ਵੱਡਾ ਸੂਬਾ ਹੈ, ਉੱਥੇ ਇਹਨਾਂ ਦੀ ਸਰਕਾਰ ਵੀ ਹੈ ਤੇ ਉਹ ਸਾਰੇ ਦੇਸ਼ ਦੀ ਮਤਲਬ ਇੱਕ ਜੇ ਕਹਿਣਾ ਹੋਵੇ ਤੈਅ ਕਰਦੀ ਹੈ ਗੱਲ। ਉਹ ਜਿਹੜੀ ਸਿਆਸੀ ਦ੍ਰਿਸ਼ ਹੈ ਯੂਪੀ ਸੂਬਾ ਤੈਅ ਕਰਦਾ ਹੈ। ਇਹ ਤੋਂ ਬਾਅਦ ਅਗਲੀ ਸਾਡੀ ਰਣਨੀਤੀ ਯੂਪੀ ਨੂੰ ਉਠਾਉਣ ਦੀ ਹੈ। ਜੀ ਤੇ ਯੂਪੀ ਨੂੰ ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਇੱਕ ਤਾਂ ਉੱਥੋਂ ਦੇ ਟਕੈਤ ਜਿਹਦਾ ਨਾਮ ਤਾਂ ਆਉਂਦਾ ਹੀ ਹੈ, ਸੋ ਉਸ ਤੋਂ ਇਲਾਵਾ ਵੀ ਕੋਈ ਹੋਰ ਜਿਹੜੀ ਹੈ ਪਲੈਨਿੰਗ ਬਣਾਈ ਜਾ ਰਹੀ ਹੈ? ਉਹਦੇ ਨਾਲ ਥੱਲੇ ਬਹੁਤ ਆਰਗੇਨਾਈਜ਼ੇਸ਼ਨਾਂ ਹੈਗੀਆਂ ਜਿਹੜੀਆਂ ਜੀ, ਬਹੁਤ ਜਿਵੇਂ ਪੰਚਾਇਤਾਂ ਵੀ ਉਧਰ ਹੈਗੀਆਂ, ਦੂਜੇ ਵਰਗ ਹੈਗੇ ਆ, ਉਹ ਪੂਰਾ ਸਮਰਥਨ ਹੈ ਉਹਨਾਂ ਨੂੰ ਆਉਂਦੇ ਆ ਸਾਡੇ ਉਹਦੇ ਚ। ਨਹੀਂ ਤਾਂ ਅੱਜ ਨੂੰ ਇਹ ਤਾਂ ਥੋੜਾ ਜਿਹਾ ਕਰੋਨਾ ਵਾਲਾ ਵਿੱਚ ਡਿੱਕਾ ਬਣ ਗਿਆ ਵੀ ਇਹ ਥੋੜਾ ਖਿਆਲ ਰੱਖੋ, ਨਹੀਂ ਤਾਂ ਉੱਥੇ ਚੱਲ ਪੈਣਾ ਸੀ ਵੱਡਾ ਕੰਮ। ਇਹ ਨਿਸ਼ਾਨਾ ਸੀਗਾ ਕਿਸਾਨ ਮੋਰਚੇ ਦਾ ਵੀ ਇਦੋਂ ਬਾਅਦ ਆਪਣੇ ਹੁਣ ਮੇਨ ਨਿਸ਼ਾਨਾ ਯੂਪੀ ਹੈ। ਯੂਪੀ ਚ ਆਪਾਂ ਪੂਰਾ ਇਹਨੂੰ ਹੋਰ ਡੂੰਘਾ ਕਰਨਾ ਤੇ ਉਹਨਾਂ ਦਾ ਸਿਆਸੀ ਹਰਜਾ ਜਿਹੜਾ ਕਰਨਾ ਹੈ ਉਹ ਯੂਪੀ ਦੇ ਲੋਕਾਂ ਨੂੰ ਦੱਸਣਾ ਜਾ ਕੇ, ਤੇ ਆਉਂਦੇ ਦਿਨਾਂ ਦਾ ਇਹ ਨਿਸ਼ਾਨਾ ਵੱਡਾ ਹੈਗਾ। ਜੀ। ਸੋ ਹੁਣ ਜਾਣ ਤੋਂ ਪਹਿਲਾਂ ਇੱਕ ਵਾਰੀ ਥੋੜਾ ਜਿਹਾ ਸਾਨੂੰ ਜਿਹੜੇ ਕਿਸਾਨ ਉੱਥੇ ਸ਼ਹੀਦ ਹੋ ਗਏ ਨੇ, ਠੀਕ ਆ, ਉਹਨਾਂ ਦੇ ਬਾਰੇ ਵੀ ਗੱਲਬਾਤ ਕਰ ਦਿਓਗੇ। ਕਿੰਨੇ ਹੋ ਚੁੱਕੇ ਨੇ, ਕੀ ਕਾਰਨ ਰਹਿ ਚੁੱਕੇ ਹੈ? ਕਿਉਂਕਿ ਜਦੋਂ ਤੁਸੀਂ ਦਿੱਲੀ ਇਹ ਦੇਖੋ ਠੋਸ ਆਂਕੜਾ ਤਾਂ ਅਸੀਂ ਬਣਾਉਣਾ ਹੈ ਕਿਉਂਕਿ ਰੋਜ਼ ਹੀ ਵੱਧ ਜਾਂਦਾ ਹੈ। ਇਹ 400 ਤੋਂ ਉੱਪਰ ਮੰਗੀ ਸੂਈ। ਅੱਛਾ ਜੀ। ਪਿਛਲੇ ਦਿਨੀ ਕੋਈ 412-13 ਦੀ ਸੀਗੀ, 3-4 ਦਿਨ ਹੋ ਗਏ ਕਿਉਂਕਿ ਰੋਜ਼ ਹੀ 2-3 ਦੀ ਔਸਤ ਪੈ ਰਹੀ ਹੈ। ਰੋਜ਼ ਹੀ ਸ਼ਹੀਦ ਹੋ ਰਹੇ ਆ ਕਿਸਾਨ ਜੀ। ਅਟੈਕ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ, ਉਹ ਹੈਗਾ। ਹੁਣ ਇਹਦੇ ਬਾਵਜੂਦ ਇੱਕ ਗੱਲ ਇਹਦੇ ਚ ਹੈਗੀ ਆ ਵੀ ਉਹ ਸਾਰੇ ਪਰਿਵਾਰ ਚੜ੍ਹਦੀ ਕਲਾ ਚ, ਕਿਸੇ ਵੱਲੋਂ ਇੱਧਰ ਲਾਂਭਾ ਨਹੀਂ, ਮਾਣ ਮਹਿਸੂਸ ਕਰਦੇ ਆ। ਸਗੋਂ ਇਹ ਕਹਿੰਦੇ ਆ ਵੀ ਯਾਰ ਵਧੀਆ ਸਾਡੇ ਬੰਦੇ ਲੇਖੇ ਲੱਗੇ ਆ। ਇੱਕ ਉਦਾਹਰਨ ਹੈ, ਇੱਥੇ ਕਮਾਈ ਬੈਠੀ ਹੈ ਯੂਪੀ ਤੋਂ, ਤੇ ਯੂਪੀ ਤੋਂ ਨਹੀਂ ਪਤਾ ਕਿੱਥੋਂ, ਇੱਕੋ ਹੀ ਮੁੰਡਾ ਸੀ ਉਹਦੇ, ਉਹ ਸ਼ਹੀਦ ਹੋ ਗਿਆ ਮੋਰਚੇ ਦੇ ਵਿੱਚ। ਉਹ ਕਹਿੰਦੀ ਵੀ ਜੇ ਮੇਰਾ ਹੋਰ ਮੁੰਡਾ ਹੁੰਦਾ ਤਾਂ ਮੈਂ ਦੂਜਾ ਮੁੰਡਾ ਇੱਥੇ ਬਾਹਰ, ਪਰ ਮੇਰਾ ਮੁੰਡਾ ਹੁਣ ਮੇਰਾ ਟਰੈਕਟਰ ਉਹਨਾਂ ਚਿਰ ਇੱਥੇ ਰਹੂਗਾ ਮੇਰੇ ਮੁੰਡੇ ਦਾ ਕੋਲ ਦੇ ਵਿੱਚ। ਤੁਸੀਂ ਮੇਰੇ ਮੁੰਡੇ ਦੀ ਹਾਜ਼ਰੀ ਸਮਝੋ। ਆਹ ਹੌਸਲੇ ਆ ਐ ਉਹਨਾਂ ਕਮਾਲ ਹੈ। ਉਹਨਾਂ ਪਰਿਵਾਰਾਂ ਨੂੰ ਸਲਾਮ ਕਰਨੀ ਬਣਦੀ ਹੈ। ਸਲਾਮ ਕਰਦੇ ਆ ਦਿਲ ਨਾਲ ਤੁਸੀਂ ਵੀ ਉਹਨਾਂ ਸ਼ਹੀਦ ਪਰਿਵਾਰਾਂ ਦੀ। ਇਸ ਤੋਂ ਇਲਾਵਾ ਸੰਸਥਾਵਾਂ ਹੈਗੀਆਂ ਉਹਨਾਂ ਪਰਿਵਾਰਾਂ ਦੀ ਬਹੁਤ। ਅੱਜ ਹੀ ਇੱਕ ਸੰਸਥਾ ਸਾਡੇ ਕੋਲ ਆਈ ਹੈ, ਪੰਮੀ ਬਾਈ ਜੀ, ਉਹ ਕੋਈ ਸੰਸਥਾ ਚਲਾਉਂਦੇ ਆ ਬਾਹਰੋਂ ਨਾਲ। ਉਹਨਾਂ ਨੇ ਇਹ ਜੁਮਾ ਉੱਥੇ ਹੈ ਵੀ ਅਸੀਂ ਉਹਨਾਂ ਦੇ ਜਿਹੜੇ ਵੀ ਪਰਿਵਾਰਾਂ ਦੇ ਸ਼ਹੀਦ ਹੋ ਗਏ ਉਹਨਾਂ ਦੇ ਬੱਚਿਆਂ ਦੀ ਮੁਫ਼ਤ ਪੜ੍ਹਾਈ ਕਰਾਵਾਂਗੇ, ਜਿੰਨੀ ਮਰਜ਼ੀ ਪੜ੍ਹਨਾ ਚਾਹੀਏ। ਅੱਛਾ ਜੀ। ਹਾਂ ਐਂ ਜਾਣੀ ਉਹਨਾਂ ਪਰਿਵਾਰਾਂ ਦੀ ਬਾਂਹ ਵੀ ਫੜੀ ਜਾ ਰਹੀ ਹੈ ਤੇ ਕੋਈ ਚੋਟ ਨਹੀਂ ਆਉਣ ਦਿੱਤੀ ਜਾ ਰਹੀ ਜੀ। ਤੇ ਇਸ ਲਈ ਉਹ ਸ਼ਹੀਦ ਪਰਿਵਾਰਾਂ ਨੂੰ ਲਾਲ ਸਲਾਮ ਹੈ ਤੇ ਰਹਿੰਦੀ ਦੁਨੀਆ ਤੱਕ ਰਹਿਣਗੇ ਨਾ। ਉਹਨਾਂ ਦੇ ਦੇਖੋ ਘੱਟ ਤਾਂ ਪੂਰਾ ਕੀਤਾ ਨਹੀਂ ਜਾ ਸਕਦਾ, ਬੰਦਾ ਤੁਰ ਜਾਣਾ ਬਿਲਕੁਲ ਜੀ, ਛੋਟੀ ਖੇਡ ਨਹੀਂ ਹੁੰਦੀ। ਹਾਂ, ਪਰ ਇਹ ਇਤਿਹਾਸ ਵੀ ਤੇ ਕੁਰਬਾਨੀਆਂ ਭਰਿਆ ਇਤਿਹਾਸ ਆ। ਪਹਿਲਾਂ ਜੋ ਲੋਕ ਲੜੇ ਹੈ, ਕੁਰਬਾਨੀਆਂ ਤਾਂ ਹੋਈਆਂ ਹੀ ਹੈ। ਕੁਰਬਾਨੀਆਂ ਸਾਡੇ ਜਿਉਂਦੇ ਸ਼ਹੀਦ ਹੈ, ਅਮਰ ਹੋ ਗਏ, ਅਮਰ ਸ਼ਹੀਦ ਹੈ। ਮਾਰੂ ਵੀ ਜਾਣਾ 2 ਸਾਲ ਹੋਰ ਜਿਉਂ ਕੇ ਵੀ ਇੱਧਰ ਲੱਗ ਗਿਆ, ਅਗਲਾ ਅਮਰ ਹੋ ਗਿਆ। ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਨਗੇ, ਨਾ ਪੈਂਦਾ ਇਤਿਹਾਸ ਲਿਖਿਆ ਜਾਂਦਾ ਸੁਨਹਿਰੀ ਅੱਖਰਾਂ ਚ ਉਹਨਾਂ ਦਾ। ਬਿਲਕੁਲ ਜੀ, ਇਸ ਤਰ੍ਹਾਂ ਚੜ੍ਹਦੀ ਕਲਾ ਚਾਹੀਦੀ। ਜੀ। ਸੋ ਸ਼ਿੰਗਾਰਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜਨ ਦੇ ਲਈ। ਸਾਡੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਦਿੱਲੀ ਦੇ ਵਿੱਚ ਜਾਰੀ ਕਿਸਾਨ ਅੰਦੋਲਨ ਦੀ ਹਰ ਗੱਲ ਸਾਡੇ ਨਾਲ ਸਾਂਝੀ ਕਰਨ ਦੇ ਲਈ, ਅੱਜ ਦੇ ਦਿਨ ਦਾ ਹਾਲ ਸੁਣਾਉਣ ਦੇ ਨਾਲ ਨਾਲ ਆਉਣ ਵਾਲੀ ਰਣਨੀਤੀ ਦੇ ਉੱਤੇ ਵੀ ਤੁਸੀਂ ਝਾਤ ਪਾਈ। ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਤੁਹਾਡਾ ਵੀ ਧੰਨਵਾਦ। ਤੁਹਾਡੇ ਰੇਡੀਓ ਦਾ ਵੀ ਕਾਮਨਾ ਕਰਾਂਗੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਜੁੜੇ ਆ, ਵੱਧ ਤੋਂ ਵੱਧ ਨਾਲ ਜੁੜਨ ਤੇ ਇਹੋ ਜਿਹਾ ਪ੍ਰਚਾਰ ਨਾਲ ਲੋੜ ਹੈਗੀ ਅੱਜ। ਤੁਹਾਡਾ ਵੀ ਮਿਹਰਬਾਨੀ, ਧੰਨਵਾਦ ਜੀ। ਜੀ ਸਰ।
ਸੋ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਸ਼ਿੰਗਾਰਾ ਸਿੰਘ ਮਾਨ ਜੀ ਦੇ, ਜਿਹੜੇ ਕਿ ਮੈਂ ਦੱਸਣਾ ਚਾਹੂੰਗਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਹਨ ਅਤੇ ਲਗਾਤਾਰ ਬਹੁਤ ਹੀ ਕਾਰਜਸ਼ੀਲ ਹਨ ਕਿਸਾਨੀ ਮੋਰਚੇ ਨੂੰ ਲੈ ਕੇ। ਉਹ ਕੇਵਲ ਅੱਜ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਕਿਸਾਨ ਅੰਦੋਲਨ, ਸਿਰਫ ਇਸ ਲਈ ਨਹੀਂ ਬਲਕਿ ਪਹਿਲਾਂ ਵੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਜੋ ਵੀ ਮੰਗਾਂ ਉੱਠੀਆਂ ਹਨ ਉਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਬਹੁਤ ਐਕਟਿਵਲੀ ਭੂਮਿਕਾ ਨਿਭਾ ਰਹੇ ਹਨ। ਸੋ ਅੱਜ ਤੁਸੀਂ ਕਿਉਂਕਿ ਸੁਣਿਆ ਉਹਨਾਂ ਦੇ ਮੂੰਹੋਂ ਹੀ ਹਾਲ ਕਿਸਾਨਾਂ ਵੱਲੋਂ ਜਿਹੜੀ ਕਿ ਕਿਸਾਨਾਂ ਵੱਲੋਂ ਜਿਹੜੀ ਕਿ ਰੋਸ ਦਿਵਸ ਮਨਾਉਣ ਦੀ ਕਾਲ ਦਿੱਤੀ ਗਈ ਸੀ ਕਿ ਰੋਸ ਦਿਵਸ ਮਨਾਉਂਦੇ ਹੋਏ ਉਹਨਾਂ ਵੱਲੋਂ ਜਿਹੜਾ ਹੈ ਝੰਡੇ ਲਹਿਰਾਉਣ ਦੇ ਲਈ ਕਿਹਾ ਗਿਆ ਸੀ। ਕਾਲੇ ਝੰਡੇ ਭਾਵੇਂ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਲਹਿਰਾਓ, ਭਾਵੇਂ ਗੱਡੀਆਂ ਦੇ ਉੱਤੇ ਲਹਿਰਾਓ, ਅਤੇ ਇਸ ਦੇ ਨਾਲ ਹੀ ਪੁਤਲੇ ਵੀ ਫੂਕੇ ਗਏ ਅਤੇ ਬਹੁਤ ਜਗ੍ਹਾ ਨਾਅਰੇਬਾਜ਼ੀ ਵੀ ਹੋਈ ਹੈ ਕੇਂਦਰ ਸਰਕਾਰ ਦੇ ਖਿਲਾਫ। ਅਤੇ ਮੰਗ ਕਿਸਾਨਾਂ ਵੱਲੋਂ ਉਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਅਤੇ ਸਣੇ ਬਿਜਲੀ ਕਾਨੂੰਨ ਹੈ ਜਿਹੜਾ ਹੈ ਉਹ ਪੂਰੀ ਤਰ੍ਹਾਂ ਰੱਦ ਹੋਵੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਸਾਨੂੰ ਇਹ ਵੀ ਦੱਸਿਆ ਗਿਆ ਕਿ ਪੂਰੀ ਤਰ੍ਹਾਂ ਹੌਸਲੇ ਜਿਹੜੇ ਬੁਲੰਦ ਨੇ ਅਤੇ ਨਾਲ ਰਾਸ਼ਨ ਪਾਣੀ ਦੀ ਵੀ 6 ਮਹੀਨੇ ਜਿਹੜਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਉੱਥੇ ਕਮੀ ਨਹੀਂ ਦੇਖੀ ਜਾ ਰਹੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ 6 ਮਹੀਨੇ ਦਾ ਤਾਂ ਅੰਦਾਜ਼ਾ ਪਹਿਲਾਂ ਹੀ ਲਾਇਆ ਜਾ ਰਿਹਾ ਸੀ ਕਿ ਸ਼ਾਇਦ 6 ਮਹੀਨੇ ਤੱਕ ਤਾਂ ਕੋਈ ਵੀ ਲੋੜ ਨਾ ਪਵੇ, ਪਰ ਉਹਨਾਂ ਨੇ ਸਾਨੂੰ ਦੱਸਿਆ ਕਿ 6 ਮਹੀਨੇ ਬੀਤ ਗਏ ਆ ਅਤੇ ਹੌਸਲੇ ਹਜੇ ਵੀ ਬੁਲੰਦ ਹੈ, ਹਜੇ ਵੀ ਕਿਸੇ ਗੱਲ ਦੀ ਉੱਥੇ ਕੋਈ ਕਮੀ ਨਹੀਂ ਆ ਰਹੀ। ਫਿਲਹਾਲ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਜੁੜਨ ਦੇ ਲਈ ਆਪ ਸਭ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਜਸਪ੍ਰੀਤ ਸਿੰਘ ਲੈਣੀ ਚਾਹੂੰਗਾ ਇਜਾਜ਼ਤ। ਸੋ ਹੁਣ ਮਿਲਾਂਗੇ ਜੀ ਕੱਲ੍ਹ ਨੂੰ, ਤਦ ਤੱਕ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸ਼ਬਾ ਖੈਰ, ਅਲਵਿਦਾ ਦੋਸਤੋ। ਸ਼ਮਾਦਾਨ।